सतनाम वाहिगुरु साहिब जी। सतनाम वाहिगुरु साहिब जी। इक ओंकार सतनाम करता पुरख निरभौ निरवैर अकाल मूरत जुनी सैभं गुर प्रसाद जप आद सच जुगाद सच है भी सच नानक होसी भी सच। हूँ आया दूरों चल कै मैं तकी तो सरणाए जियो। मैं आशा रखी चित में मेरा सबो दुख गवाए जियो। तीने ताप निवारण हारा दुख हंता सुख रास। ताको विघ्न न को लागै जाकी प्रभ आगै अरदास। सुनी अरदास सुआमी मेरा सर्ब कला बड़ियाई। प्रगट भई सगले जुगअंतर गुरु नानक की वडियाई। सतनाम वाहिगुरु साहिब जी। इक ओंकार सतगुर प्रसाद आसा घर सेमा महला पहला। मन मोती जे गहना होवै पौन होवै सूत धारी। खिमा शिगार कामण तन पहरै रावै लाल प्यारी। मन मोती जे गहना होवै पौन होवै सूत धारी। खिमा शिगार कामण तन पहरै रावै लाल प्यारी। लाल बहु गुण कामण मोही तेरे गुण होहे न अवरी। रहाओ हर हर हार कंठ ले पहरै दामोदर दंत लेई। कर कर करता कंगन पहरै इन विद चित धरेई। मधुसूदन कर मुंदरी पहरै परमेसर पट लेई। धीरज धड़ी बंधावै कामण श्री रंग सुरमा देई। मन मंदर जे दीपक जाले काया सेज करेई। ज्ञान राव जब सेजै आवै तां नानक भोग करेई। मन मंदर जे दीपक जालै काया सेज करेई। ज्ञान राव जब सेजै आवै तां नानक भोग करेई। वाहिगुरु जी का खालसा वाहिगुरु जी की फतेह। जुगो जुग अटल चवर तख्त दे मालक लोक परलोक दे राखे। जाहरा जहूर हाजरा हजूर सर्ब कला भरपूर। जागदी जोत
ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਆਪਣੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ, ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਅਰਦਾਸਾਂ ਬੇਨਤੀਆਂ ਕਰਦੇ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 349 ਅੰਗ ਤੇ ਆਸਾ ਰਾਗ ਦੇ ਅੰਦਰ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਉਸ ਪਰਮੇਸ਼ਰ ਦੀ। ਆਸਾ ਕਰ ਸੇਮਾ, ਸੇਮੇ ਤੁਛ ਸੁਰਤਾਲ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਕਿ ਜਿਸ ਵੇਲੇ ਵੀ ਕਿਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਸੇ ਦੇ ਪ੍ਰਥਾਏ ਬਾਣੀ ਉਚਾਰਨ ਕੀਤੀ ਹੈ, ਉਪਦੇਸ਼ ਸਾਰੀ ਸੰਸਾਰ ਨੂੰ, ਸਾਰੀ ਸ੍ਰਿਸ਼ਟੀ ਨੂੰ ਦੇਣਾ ਕੀਤਾ ਹੈ। ਇਹ ਸ਼ਬਦ ਜਦੋਂ ਉਚਾਰਨ ਕੀਤਾ ਹੈ, ਇਸ ਦੀ ਉਥਾਨਕਾ ਹੈ। ਉਪਦੇਸ਼ ਸਭ ਨੂੰ ਹੀ ਦਿੱਤਾ ਹੈ। ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਵਿਖੇ ਹੱਟ ਚਲਾ ਰਹੇ ਸਨ, ਦੁਕਾਨ ਦਾ ਕੰਮ ਕਰਦੇ ਸਨ। ਆਪ ਦੀ ਭੈਣ ਬੀਬੀ ਨਾਨਕੀ ਕੋਲੇ ਰਹਿੰਦੇ ਸਨ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁਕਾਨ ਤੇ ਨੌਕਰੀ ਕੀਤੀ ਸੀ, ਉੱਥੇ ਦੁਕਾਨ ਚਲਾ ਰਹੇ ਸਨ। ਉਸ ਵੇਲੇ ਭਾਈ ਮਰਦਾਨੇ ਜੀ ਨੇ ਬੇਨਤੀ ਕੀਤੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਕਹਿਣ ਲੱਗੇ ਕਿ ਮਹਾਰਾਜ, ਮੇਰੀ ਲੜਕੀ ਦੀ ਸ਼ਾਦੀ ਹੈ, ਆਪ ਕਿਰਪਾ ਕਰੋ ਕਿ ਮੈਨੂੰ ਸ਼ਾਦੀ ਵਾਸਤੇ ਸਮਾਨ ਦਿਵਾਓ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਬੇਨਤੀ ਕੀਤੀ ਤਾਂ ਸਤਿਗੁਰਾਂ ਜੀ ਨੇ ਉਸੇ ਦੁਕਾਨ ਦੇ ਵਿੱਚੋਂ ਸੌਦਾ ਪਾ ਦਿੱਤਾ। ਜੋ ਦੁਕਾਨ ਦੇ ਵਿੱਚ ਸੌਦਾ ਸੀ ਉਹ ਸਾਰਾ ਸੌਦਾ ਪਾ ਦਿੱਤਾ, ਤੇ ਜੋ ਸੌਦਾ ਰਹਿ ਗਿਆ ਸੀ ਵਿਆਹ ਵਾਸਤੇ, ਉਸ ਸੌਦੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਇਹ ਲਾਹੌਰ ਤੋਂ ਮਿਲੇਗਾ ਭਾਈ। ਇਹ ਸੌਦਾ ਲਾਹੌਰ ਤੋਂ ਲਿਆਉਣ ਵਾਸਤੇ ਮਲਸੀਹਾ ਨਿਵਾਸੀ ਭਾਈ ਭਗੀਰਥ ਜੀ ਨੂੰ ਲਾਹੌਰ ਸੌਦਾ ਲੈਣ ਵਾਸਤੇ ਭੇਜਿਆ। ਭਗੀਰਥ ਜੀ ਨੂੰ ਕਿਹਾ ਕਿ ਭਾਈ ਮਰਦਾਨੇ ਦੀ ਲੜਕੀ ਦੀ ਸ਼ਾਦੀ ਹੈ, ਕੁਝ ਸੌਦਾ ਆਪਣੀ ਦੁਕਾਨ ਤੋਂ ਮਿਲ ਗਿਆ ਹੈ, ਜਿਹੜਾ ਰਹਿੰਦਾ ਸੌਦਾ ਹੈ ਭਾਈ ਭਗੀਰਥ ਤੂੰ ਲਾਹੌਰ ਤੋਂ ਜਾ ਕੇ ਲਿਆ। ਤੇ ਨਾਲ ਕਿਹਾ ਕਿ ਭਾਈ ਭਗੀਰਥ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ ਲਾਹੌਰ, ਜਦੋਂ ਸੌਦਾ ਲੈਣ ਜਾਏਗਾ, ਇੱਕ ਰਾਤ ਹੀ ਰਹਿਣਾ ਹੈ ਬਸ। ਇਹ ਸੁਣ ਕੇ ਭਾਈ ਭਗੀਰਥ ਜੀ ਕਹਿਣ ਲੱਗੇ ਸਤ ਵਚਨ ਮਹਾਰਾਜ। ਸਤ ਵਚਨ ਕਹਿ ਕੇ ਭਾਈ ਭਗੀਰਥ ਲਾਹੌਰ ਨੂੰ ਚੱਲ ਪਿਆ। ਉੱਥੇ ਪਹੁੰਚ ਕੇ ਇੱਕ ਮਨਸੁਖ ਨਾਮੇ ਸ਼ਾਹੂਕਾਰ ਦੀ ਦੁਕਾਨ ਹੈ। ਮਨਸੁਖ ਨਾਮ ਦਾ ਸ਼ਾਹੂਕਾਰ ਹੈ, ਦੁਕਾਨ ਕਰਦਾ ਹੈ ਉੱਥੇ। ਤੇ ਉੱਥੇ ਭਾਈ ਭਗੀਰਥ ਜੀ ਪਹੁੰਚ ਗਏ ਦੁਕਾਨ ਤੇ। ਜਾ ਕੇ ਦੁਕਾਨ ਤੇ ਬੈਠ ਗਿਆ ਭਾਈ ਭਗੀਰਥ, ਤੇ ਸੌਦੇ ਵਾਲੀ ਪਰਚੀ ਮਨਸੁਖ ਸ਼ਾਹ ਨੂੰ ਫੜਾ ਦਿੱਤੀ।
ਤੇ ਮਨਸੁਖ ਸ਼ਾਹ ਨੂੰ ਕਹਿਣ ਲੱਗੇ, ਭਾਈ ਭਗੀਰਥ ਇਹ ਸੌਦਾ ਦੇ ਦਿਓ ਤੇ ਭਾਈ ਮਰਦਾਨੇ ਦੀ ਲੜਕੀ ਦੀ ਸ਼ਾਦੀ ਹੈ। ਮਨਸੁਖ ਸ਼ਾਹ ਨੇ ਕਿਹਾ ਪਰਚੀ ਦੇਖ ਕੇ ਕਿ ਹੋਰ ਤਾਂ ਸਾਰਾ ਸੌਦਾ ਮਿਲ ਗਿਆ ਹੈ ਆਪਣੀ ਦੁਕਾਨ 'ਚੋਂ, ਪਰੰਤੂ ਚੂੜਾ ਕਢਾਉਂਦਿਆਂ 2 ਰਾਤਾਂ ਰਹਿਣਾ ਪਏਗਾ, ਆਪਣੇ ਕੋਲ ਚੂੜਾ ਨਹੀਂ ਹੈ। ਭਾਈ ਭਗੀਰਥ ਨੇ ਕਿਹਾ ਮਨਸੁਖ ਸ਼ਾਹ ਨੂੰ ਕਿ ਜੇਕਰ ਮੈਂ 1 ਰਾਤ ਤੋਂ ਵੱਧ ਰਿਹਾ ਤਾਂ ਮੇਰਾ ਸਾਰਾ ਜਨਮ ਨਿਸਫਲ ਚਲਿਆ ਜਾਏਗਾ। ਮਨਸੁਖ ਸ਼ਾਹ ਹੈਰਾਨ ਹੋ ਕੇ ਪੁੱਛਣ ਲੱਗਿਆ ਕਿ 1 ਰਾਤ ਤੋਂ ਵੱਧ ਰਹਿਣ ਨਾਲ ਤੇਰਾ ਜਨਮ ਨਿਸਫਲ ਕਿਵੇਂ ਚਲਿਆ ਜਾਏਗਾ? ਕਿ ਜੇਕਰ ਕਿਸੇ ਰਾਜੇ ਨੇ ਵੀ ਕੋਈ ਆਦਮੀ ਜਲਦੀ ਨਾਲ ਭੇਜਿਆ ਹੋਵੇ ਤਾਂ ਉਹ ਵੀ ਇਹੋ ਜਿਹੇ ਵਚਨ ਨਹੀਂ ਬੋਲਦਾ ਕਿ ਮੇਰਾ ਜਨਮ ਨਿਸਫਲ ਚਲਿਆ ਜਾਏਗਾ। ਇਹ ਕਹਿ ਸਕਦਾ ਹੈ ਕਿ ਜਦ ਮੈਂ ਵੱਧ ਰਿਹਾ ਰਾਜਾ ਤਾੜਨਾ ਕਰੇਗਾ। ਤੂੰ ਇਹ ਕੀ ਗੱਲ ਕਹਿ ਰਿਹਾ ਹੈ ਕਿ ਜਨਮ ਨਿਸਫਲ ਚਲਿਆ ਜਾਏਗਾ ਜੇ ਮੈਂ 1 ਰਾਤ ਤੋਂ ਵੱਧ ਰਿਹਾ? ਤਾਂ ਭਾਈ ਭਗੀਰਥ ਜੀ ਨੇ ਮਨਸੁਖ ਸ਼ਾਹ ਨੂੰ ਕਿਹਾ ਕਿ ਮੇਰੇ ਗੁਰੂ ਸਾਹਿਬ ਰਾਜਿਆਂ ਦੇ ਵੀ ਰਾਜੇ ਪੂਰਨ ਹਨ, ਉਹਨਾਂ ਦਾ ਹੁਕਮ ਹੈ ਕਿ 1 ਰਾਤ ਤੋਂ ਵੱਧ ਨਹੀਂ ਰਹਿਣਾ। ਮੈਂ ਉਹਨਾਂ ਦਾ ਵਚਨ ਨਹੀਂ ਉਲਟਾ ਸਕਦਾ। ਇਹ ਸੁਣ ਕੇ ਮਨਸੁਖ ਸ਼ਾਹ ਨੇ ਕਿਹਾ ਕਿ ਕਲਯੁਗ ਦੇ ਭਿਆਨਕ ਸਮੇਂ ਵਿੱਚ ਪੂਰਾ ਕੌਣ ਹੋ ਸਕਦਾ ਹੈ? ਤੂੰ ਐਵੇਂ ਕਿਸੇ ਦੀ ਗੱਲ ਮੰਨੀ ਜਾਂਦਾ ਹੈ, ਇੱਥੇ ਪੂਰਾ ਹੈ ਹੀ ਨਹੀਂ ਕੋਈ। ਮਨਸੁਖ ਸ਼ਾਹ ਕਹਿਣ ਲੱਗਿਆ ਭਗੀਰਥ ਨੂੰ। ਤਾਂ ਭਾਈ ਭਗੀਰਥ ਨੇ ਕਿਹਾ ਕਿ ਜੇਕਰ ਦਰਸ਼ਨ ਕਰੇਗਾ ਮੇਰੇ ਗੁਰੂ ਦੇ ਤਾਂ ਤੈਨੂੰ ਪਤਾ ਲੱਗੇਗਾ ਕਿ ਇਸ ਦੁਨੀਆ ਦੇ ਵਿੱਚ ਪੂਰਾ ਕੌਣ ਹੈ। ਫਿਰ ਮਨਸੁਖ ਸ਼ਾਹ ਨੇ ਕਿਹਾ ਕਿ ਮੇਰੇ ਘਰ ਵਿੱਚ ਚਲੋ 1 ਚੂੜਾ ਪਿਆ ਹੈ, ਘਰ ਵਾਸਤੇ ਰੱਖਿਆ ਹੈ, ਉਹ ਲੈ ਚੱਲਦੇ ਹਾਂ ਤੇ ਨਾਲ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਵਾਈ। ਭਗੀਰਥ ਨੂੰ ਕਹਿਣ ਲੱਗਿਆ ਮਨਸੁਖ ਸ਼ਾਹ। ਇਉਂ ਉਹ ਦੋਵੇਂ ਮਨਸੁਖ ਸ਼ਾਹ ਤੇ ਭਗੀਰਥ ਸੁਲਤਾਨਪੁਰ ਨੂੰ ਚੱਲ ਪਏ ਲਾਹੌਰ ਤੋਂ। ਰਸਤੇ ਵਿੱਚ ਮਨਸੁਖ ਸ਼ਾਹ ਨੇ ਸੰਕਲਪ ਕਰ ਲਿਆ ਮਨ ਦੇ ਵਿੱਚ ਕਿ ਜੇਕਰ ਗੁਰੂ ਜੀ ਪੂਰੇ ਹਨ ਤਾਂ ਉਹ ਮੇਰਾ ਨਾਮ ਲੈ ਕੇ ਮੈਨੂੰ ਬੁਲਾਉਣ। ਤੇ ਮਨ ਦੇ ਵਿੱਚ ਸੋਚਦਾ ਆਉਂਦਾ ਹੈ ਜੇ ਪੂਰੇ ਗੁਰੂ ਹੋਏ ਤਾਂ ਮੇਰਾ ਨਾਂ ਲੈ ਕੇ ਮੈਨੂੰ ਬੁਲਾਉਣਗੇ। ਜਦੋਂ ਸੁਲਤਾਨਪੁਰ ਪਹੁੰਚੇ ਭਾਈ ਭਗੀਰਥ ਤੇ ਮਨਸੁਖ ਸ਼ਾਹ ਤਾਂ ਗੁਰੂ ਜੀ ਨੇ ਅੱਗੋਂ ਕਿਹਾ ਕਿ ਇਹ ਭਾਈ ਭਗੀਰਥ ਜੀ ਤੁਸੀਂ ਬਹੁਤ ਚੰਗੀ ਸੋਚਣਾ ਕੀਤੀ। ਜਿਸ ਨੂੰ ਤੁਸੀਂ ਨਾਲ ਲੈ ਆਏ ਹੋ, ਜਿਨ੍ਹਾਂ ਦਾ ਸ਼ੰਕਾ ਸੀ ਕਿ ਪਹਿਲਾਂ ਤਾਂ ਇਸ ਦੇ ਮਨ ਨੂੰ ਸੁੱਖ ਨਹੀਂ, ਇਸ ਦਾ ਨਾਮ ਮਾਨ ਸੁੱਖ ਹੈ, ਪਰ ਇਸ ਦੇ ਮਨ ਨੂੰ ਸੁੱਖ ਨਹੀਂ। ਇਹ ਕੱਚਾ ਨਾਮ ਸੀ, ਪਰੰਤੂ ਹੁਣ ਇਹ ਆਪਣੇ ਨਾਮ ਨੂੰ ਸਫਲਾ ਭਾਵ ਮਨ ਨੂੰ ਸੁਖੀ ਕਰਨਾ ਚਾਹੁੰਦਾ ਹੈ, ਦਰਸ਼ਨ ਕਰਨ ਵਾਸਤੇ ਆਇਆ ਹੈ। ਇਹ ਬਚਨ ਸੁਣ ਕੇ ਸਤਿਗੁਰਾਂ ਦੇ ਚਰਨੀ ਢਹਿ ਪਿਆ ਮਨਸੁਖ ਸ਼ਾਹ ਕਿ ਸਤਿਗੁਰ ਅੰਤਰਜਾਮੀ ਹਨ, ਅੰਦਰ ਦੀਆਂ ਜਾਣਨ ਵਾਲੇ ਹਨ, ਪੂਰਨ ਮਹਾਂਪੁਰਖ ਹਨ। ਜਦੋਂ ਚਰਨੀ ਢਹਿ ਪਿਆ ਉਪਦੇਸ਼ ਲੈ ਕੇ ਸਿੱਖ ਬਣ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਨਸੁਖ ਸ਼ਾਹ। ਫਿਰ ਆਪਣੀ ਪੂੰਜੀ ਚਲਾਉਣ ਵਾਸਤੇ, ਆਪਣਾ ਕਾਰੋਬਾਰ ਚਲਾਉਣ ਵਾਸਤੇ ਉਸ ਤੋਂ ਬਾਅਦ ਨਵਾਂ ਕੰਮ ਚਲਾਇਆ ਇਸਨੇ। ਸੰਗਲਾਦੀਪ ਦੇ ਟਾਪੂ ਵੱਲ ਨੂੰ ਤਿਆਰ ਹੋ ਗਿਆ ਕਿ ਉੱਥੋਂ ਸੌਦਾ ਲਿਆਇਆ ਕਰਾਂਗੇ, ਵੇਚਿਆ ਕਰਾਂਗੇ। ਇਹਨੇ ਨਵਾਂ ਕੰਮ ਤੋਰਨਾ ਕੀਤਾ ਤੇ ਸ਼ਬਦਾਂ ਦਾ ਕੀਰਤਨ ਕਰਦਾ ਰਹਿੰਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਪਦੇਸ਼ ਮੁਤਾਬਕ। ਸ਼ਬਦਾਂ ਦਾ ਉਪਦੇਸ਼ ਕੀਰਤਨ ਕਰਦਾ ਰਹਿੰਦਾ ਸੀ। ਜਦੋਂ ਕੋਈ ਵੀ ਕੰਮ ਕਰਦਾ ਕੜਾਹ ਪ੍ਰਸਾਦ ਕਰਕੇ ਫਿਰ ਆਪਣਾ ਵਪਾਰ ਕਰਦਾ ਸੀ।
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਪਦੇਸ਼ 'ਤੇ ਚੱਲਦਾ ਸੀ। ਜਦੋਂ ਜਹਾਜ਼ ਲੈ ਕੇ ਸੰਗਲਾਦੀਪ 'ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਵਿਘਨ ਪੈ ਗਿਆ ਜਹਾਜ਼ ਦੇ ਵਿੱਚ, ਅਤੇ ਜਹਾਜ਼ ਸਮੁੰਦਰ ਵਿੱਚ ਡੁੱਬਣ ਲੱਗਿਆ। ਉਸ ਵਕਤ ਮਨਸੁਖ ਸ਼ਾਹ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਮੇਰੀ ਰੱਖਿਆ ਕਰੋ, ਮੇਰਾ ਜਹਾਜ਼ ਡੁੱਬ ਰਿਹਾ ਹੈ। ਤਾਂ ਸਤਿਗੁਰਾਂ ਨੇ ਆਪਣਾ ਮੋਢਾ ਲਾ ਕੇ ਜਹਾਜ਼ ਬੰਨੇ 'ਤੇ ਕਿਨਾਰੇ 'ਤੇ ਲਾਉਣਾ ਕੀਤਾ। ਮਨਸੁਖ ਸ਼ਾਹ ਦਾ ਜਹਾਜ਼ ਸਹੀ ਸਲਾਮਤ ਕਿਨਾਰੇ 'ਤੇ ਜਾ ਲੱਗਿਆ ਅਤੇ ਸੰਗਲਾਦੀਪ ਪਹੁੰਚ ਗਿਆ। ਉੱਥੋਂ ਦਾ ਰਾਜਾ ਠਾਕੁਰਾਂ ਦਾ ਪੁਜਾਰੀ ਸੀ। ਸੰਗਲਾਦੀਪ ਦਾ ਰਾਜਾ ਠਾਕੁਰਾਂ ਦਾ ਪੁਜਾਰੀ ਸੀ ਕਿ ਜਦੋਂ ਮਨਸੁਖ ਸ਼ਾਹ ਸਹੀ ਸਲਾਮਤ ਸੰਗਲਾਦੀਪ ਦੇ ਕਿਨਾਰੇ 'ਤੇ ਪਹੁੰਚ ਗਿਆ, ਉਸੇ ਦਿਨ ਰਾਜੇ ਅਤੇ ਸਾਰੀ ਪ੍ਰਜਾ ਨੇ ਅਸ਼ਟਮੀ ਦਾ ਵਰਤ ਰੱਖਿਆ ਹੋਇਆ ਸੀ। ਜੋ ਅਸ਼ਟਮੀ ਮਨਾਉਂਦੇ ਹਨ ਕਿ ਉਸ ਦਾ ਵਰਤ ਰੱਖਿਆ ਹੋਇਆ ਸੀ। ਭਾਈ ਮਨਸੁਖ ਸ਼ਾਹ ਨੇ ਕਿਨਾਰੇ 'ਤੇ ਜਹਾਜ਼ ਰੋਕ ਕੇ ਕੜਾਹ ਪ੍ਰਸਾਦ ਬਣਾਇਆ। ਪਹਿਲਾਂ ਕੜਾਹ ਪ੍ਰਸਾਦ ਬਣਾ ਕੇ ਅਤੇ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਆਪਣਾ ਸੌਦਾ ਲਾ ਦਿੱਤਾ, ਜਿਹੜਾ ਸੌਦਾ ਸੀ ਜਹਾਜ਼ ਦੇ ਵਿੱਚ ਸਮਾਨ ਸੀ। ਇਹ ਵੇਖ ਕੇ ਲੋਕਾਂ ਨੇ ਰਾਜੇ ਪਾਸ ਸ਼ਿਕਾਇਤ ਕੀਤੀ। ਸੰਗਲਾਦੀਪ ਦੇ ਰਾਜੇ ਪਾਸ, ਜਿਹੜਾ ਠਾਕੁਰਾਂ ਦਾ ਪੁਜਾਰੀ ਸੀ, ਉਸ ਦੇ ਕੋਲੇ ਅਰਦਾਸ ਕੀਤੀ ਕਿ ਰਾਜਾ ਸਾਹਿਬ ਇੱਕ ਬਾਣੀਆ ਆਇਆ ਹੈ ਜਹਾਜ਼ ਲੈ ਕੇ, ਉਹ ਕੋਈ ਕਰਮ ਧਰਮ ਨਹੀਂ ਕਰਦਾ। ਅਸੀਂ ਉਸ ਨੂੰ ਇਸ਼ਨਾਨ ਕਰਦਿਆਂ ਵੀ ਦੇਖਿਆ ਹੈ ਕਿ ਅੱਜ ਜਿਹੜਾ ਇਸ਼ਨਾਨ ਵੀ ਨਹੀਂ ਕਰਨਾ ਸੀ, ਅਤੇ ਜਿਹੜੀ ਆਪਣੀ ਰਹਿਤ ਮਰਜ਼ਾਦਾ ਸੀ ਉਸ ਦੇ ਵਿੱਚ ਨਹੀਂ ਰਹਿੰਦਾ। ਉਸ ਨੇ ਅੱਜ ਕੋਈ ਵਰਤ ਨਹੀਂ ਰੱਖਿਆ ਅਤੇ ਠਾਕੁਰਾਂ ਦੁਆਰੇ ਆਣ ਕੇ ਚਰਨਾ ਮਿਰਤੂ ਵੀ ਨਹੀਂ ਲਿਆ। ਰਾਜੇ ਨੇ ਮਨਸੁਖ ਸ਼ਾਹ ਨੂੰ ਆਪਣੇ ਪਾਸ ਬੁਲਾਇਆ ਅਤੇ ਰਾਜੇ ਨੇ ਤਾੜਨਾ ਕਰਕੇ ਮਨਸੁਖ ਨੂੰ ਪੁੱਛਿਆ ਕਿ ਤੂੰ ਹਿੰਦੂ ਹੋ ਕੇ ਧਰਮ ਵਿਰੁੱਧ ਕਿਉਂ ਚੱਲਦਾ ਹੈ। ਤਾਂ ਮਨਸੁਖ ਨੇ ਇਕਾਦਸ਼ੀਆਂ ਦੁਆਦਸ਼ੀਆਂ ਦੇ ਵਰਤ ਰੱਖਣ ਦੀ ਬਜਾਏ ਨਾਮ ਦੀਆਂ ਬਰਕਤਾਂ ਦੱਸੀਆਂ। ਕਹਿੰਦੇ ਕਰਮ ਕਾਂਡਾਂ ਵਿੱਚ ਕੁਝ ਨਹੀਂ, ਪਰਮੇਸ਼ਰ ਦੇ ਨਾਮ ਦੇ ਵਿੱਚ ਬੜੀ ਬਰਕਤ ਹੈ। ਬੜੀਆਂ ਸਿਫਤਾਂ ਕੀਤੀਆਂ ਉਸ ਪਰਮੇਸ਼ਰ ਦੀਆਂ ਕਿ ਉਸ ਪਰਮੇਸ਼ਰ ਦਾ ਨਾਮ ਜਪਿਆ ਕਰ, ਉਹਦੇ ਵਿੱਚ ਬਰਕਤਾਂ, ਇਹਨਾਂ ਵਰਤ ਰੱਖਣ ਦੇ ਵਿੱਚ ਕੁਝ ਨਹੀਂ। ਅਤੇ ਪੁਰਸ਼ ਲਈ ਇਸਤਰੀ ਵਰਤ ਹੈ। ਜੇ ਪੁਰਸ਼ ਨੇ ਵਰਤ ਰੱਖਣਾ ਹੈ ਕਿ ਪਰਾਈਆਂ ਧੀਆਂ ਭੈਣਾਂ ਨੂੰ ਆਪਣੀਆਂ ਕਰਕੇ ਜਾਣਨਾ ਕਰੇ, ਅਤੇ ਧਰਮ ਅਤੇ ਇਸਤਰੀ ਲਈ ਵਰਤਾ ਧਰਮ ਅਤੇ ਸੱਚ ਬੋਲਣਾ, ਰੂਪ ਤਪੱਸਿਆ ਆਦਿਕ ਦਾ ਵਰਣਨ ਕੀਤਾ ਮਨਸੁਖ ਸ਼ਾਹ ਨੇ। ਭਾਈ ਮਨਸੁਖ ਦੇ ਨਿਸ਼ਚੇ ਤੋਂ ਰਾਜਾ ਪ੍ਰਭਾਵਿਤ ਹੋਇਆ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀਆਂ ਗੱਲਾਂ ਸੁਣਾਈਆਂ ਅਤੇ ਪੁੱਛਿਆ ਰਾਜੇ ਨੇ ਕਿ ਤੈਨੂੰ ਇਹ ਸਿੱਖਿਆ ਕਿਸ ਗੁਰੂ ਤੋਂ ਮਿਲੀ ਹੈ ਜਿਹੜੀ ਤੂੰ ਇਹ ਸਿੱਖਿਆ ਦੇ ਰਿਹਾ ਹੈ। ਉਸਨੇ ਕਿਹਾ ਕਿ ਮੈਨੂੰ ਪੂਰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲੇ ਹਨ, ਜੋ ਨਿਰਗੁਣ ਪਰਮਾਤਮਾ ਤੋਂ ਸਰਗੁਣ ਸਰੂਪ ਵਿੱਚ ਪ੍ਰਗਟ ਹੋਏ ਹਨ। ਉਹਨਾਂ ਕੋਲੋਂ ਹੀ ਮੈਨੂੰ ਇਹ ਸਿੱਖਿਆ ਪ੍ਰਾਪਤ ਹੋਈ ਹੈ। ਭਾਈ ਮਨਸੁਖ ਤੋਂ ਇਹੋ ਜਿਹੀਆਂ ਸਿੱਖਿਆ ਦੀਆਂ ਗੱਲਾਂ ਸੁਣ ਕੇ ਰਾਜੇ ਨੂੰ ਵੀ ਸਤਿਗੁਰਾਂ ਦੇ ਦਰਸ਼ਨਾਂ ਦੀ ਪ੍ਰੀਤੀ ਲੱਗ ਆਈ ਅਤੇ ਬੇਨਤੀ ਕੀਤੀ ਕਿ ਮੈਨੂੰ ਗੁਰੂ ਜੀ ਦੇ ਦਰਸ਼ਨ ਕਿਵੇਂ ਹੋਣਗੇ। ਤਾਂ ਮਨਸੁਖ ਸ਼ਾਹ ਨੇ ਕਿਹਾ ਕਿ ਸਤਿਗੁਰੂ ਜੀ ਆਪ ਤੇਰੇ ਕੋਲ ਆ ਕੇ ਤੈਨੂੰ ਦਰਸ਼ਨ ਦੇਣਗੇ। ਇਉਂ ਮਨਸੁਖ ਸ਼ਾਹ ਵਾਪਸ ਆ ਗਿਆ, ਆਪਣਾ ਸੌਦਾ ਉੱਥੇ ਵੇਚ ਕੇ ਅਤੇ ਹੋਰ ਸੌਦਾ ਲੈ ਕੇ ਵਾਪਸ ਆ ਗਿਆ। ਉਸ ਵੇਲੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਰਾਜਾ ਸਿਵਨਾਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ,
ਤਾਂ ਪਖੰਡੀ ਲੋਕ ਆਪਣਾ ਨਾਮ ਨਾਨਕ ਰੱਖ ਕੇ ਰਾਜੇ ਕੋਲ ਜਾਇਆ ਕਰਨ ਕਿ ਮੈਂ ਨਾਨਕ ਹਾਂ, ਭਾਵ ਕਿ ਮੈਨੂੰ ਰਸਤਾਂ ਬਸਦਾਂ ਜਾਂ ਮਾਇਆ ਦੇਵੇਗਾ। ਪਰੰਤੂ ਜਦੋਂ ਰਾਜਾ ਸਰਧਾ ਨਾਲ ਉਹਨਾਂ ਕੋਲ ਜਾਂਦਾ ਤਾਂ ਉਹਨਾਂ ਦਾ ਜੀਵਨ ਚੰਗਾ ਨਾ ਦੇਖ ਕੇ ਅਤੇ ਆਪਣੇ ਮਨ ਨੂੰ ਆਨੰਦ ਨਾ ਹੋਇਆ ਦੇਖ ਕੇ, ਜਦੋਂ ਮਨ ਨੂੰ ਖੁਸ਼ੀ ਨਾ ਆਵੇ, ਗੁਰੂ ਨਾਨਕ ਦੇਵ ਮਹਾਰਾਜ ਜੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ, ਉਹ ਘਟਾਂ ਘਟਾਂ ਦੀਆਂ ਜਾਣਨ ਵਾਲੇ ਸਨ। ਬਨੌਟੀ ਨਾਨਕ ਬਣ ਕੇ ਕਿੱਥੇ ਰਾਜੇ ਨੂੰ ਸ਼ਾਂਤੀ ਦੇ ਸਕਦੇ ਸਨ। ਜਦੋਂ ਉਹ ਰਾਜਾ ਆਨੰਦ ਨਾ ਹੋਇਆ ਦੇਖ ਕੇ ਨਿਰਾਸ਼ ਹੋ ਜਾਂਦਾ ਕਿ ਨਕਲੀ ਨਾਨਕ ਬਣ ਕੇ ਠੱਗਣਾ ਚਾਹੁੰਦੇ ਹਨ। ਫਿਰ ਰਾਜੇ ਨੇ ਸ਼ਰਤ ਰੱਖ ਦਿੱਤੀ ਕਿ ਜੇਕਰ ਕੋਈ ਵੀ ਸਾਧੂ ਆਪਣਾ ਨਾਮ ਨਾਨਕ ਰਖਾ ਕੇ ਆਵੇ ਤਾਂ ਉਸ ਦੀ ਪਰਖ ਲਈ ਮੋਹਣੀਆਂ ਇਸਤਰੀਆਂ ਭੇਜ ਦਿਆ ਕਰੋ, ਪਰੰਤੂ ਪਰਖ ਵਿੱਚ ਕੋਈ ਵੀ ਪੂਰਾ ਨਾ ਹੋਇਆ। ਅਖੀਰ ਰਾਜੇ ਸ਼ਿਵਨਾਬ ਦੀ ਸਤਿਗੁਰਾਂ ਦੇ ਚਰਨਾਂ ਨਾਲ ਬਹੁਤ ਪ੍ਰੀਤੀ ਵੱਧ ਗਈ, ਬਹੁਤ ਅੰਦਰ ਤੜਫ ਵੱਧ ਗਈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਿਵੇਂ ਹੋਣ। ਉਧਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਜੇ ਦੀ ਤੜਫ ਦੇਖਦੇ ਹੋਏ, ਰਾਜੇ ਦੀ ਸ਼ਰਧਾ ਦੇਖ ਕੇ ਇਸ ਨੂੰ ਦਰਸ਼ਨ ਦੇਣ ਲਈ ਰਾਜੇ ਸ਼ਿਵਨਾਬ ਦੇ ਸੁੱਕੇ ਬਾਗ ਵਿੱਚ ਜਾ ਕੇ ਬੈਠ ਗਏ। ਜਦੋਂ ਸੁੱਕੇ ਬਾਗ ਵਿੱਚ ਬੈਠੇ, ਉਹ ਸੁੱਕਿਆ ਹੋਇਆ ਬਾਗ ਸਤਿਗੁਰਾਂ ਦੇ ਪਵਿੱਤਰ ਚਰਨ ਪੈਣ ਨਾਲ ਹਰਾ ਹੋ ਗਿਆ। ਕਿਸੇ ਨੇ ਰਾਜੇ ਕੋਲ ਬਾਗ ਹਰੇ ਹੋਏ ਦੀ ਗੱਲ ਕਹੀ ਕਿ ਰਾਜਾ ਸਾਹਿਬ, ਤੁਹਾਡੇ ਬਾਗ ਦੇ ਵਿੱਚ ਇੱਕ ਸਾਧੂ ਆਇਆ ਹੈ, ਉਸ ਦੇ ਆਉਣ ਨਾਲ ਬਾਗ ਹਰਿਆ ਭਰਿਆ ਹੋ ਗਿਆ ਹੈ। ਤਾਂ ਰਾਜੇ ਨੇ ਪ੍ਰੀਖਿਆ ਵਾਸਤੇ ਮੋਹਣੀਆਂ ਇਸਤਰੀਆਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਭੇਜਿਆ ਕਿ ਪਰਖੀਏ ਪਹਿਲਾਂ ਦੀ ਤਰ੍ਹਾਂ ਕੋਈ ਨਾਨਕ ਬਣ ਕੇ ਨਾ ਬੈਠਿਆ ਹੋਵੇ। ਉਹਨਾਂ ਨੇ ਜੋ ਮੋਹਣੀਆਂ ਸੀਗੀਆਂ, ਉਹਨਾਂ ਨੇ ਆ ਕੇ ਬਹੁਤ ਹਾਵ ਭਾਵ ਦਿਖਾਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਪਰੰਤੂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਡੋਲ ਸਮਾਧੀ ਵਿੱਚ ਬੈਠੇ ਰਹੇ। ਫਿਰ ਉਹਨਾਂ ਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਕਹਿਣ ਲੱਗੇ, ਗਾਛ ਹੋ ਪੁੱਤਰੀ ਰਾਜ ਕੁਆਰ। ਕਹਿਣ ਲੱਗੇ, ਹੇ ਰਾਜ ਦਾਸੀਓ ਪੁੱਤਰੀਓ, ਤੁਸੀਂ ਇੱਥੋਂ ਚਲੀਆਂ ਜਾਓ, ਹਾਵ ਭਾਵ ਨਾ ਕਰੋ ਇੱਥੇ ਕਿ ਇੱਥੋਂ ਚਲੀਆਂ ਜਾਓ। ਇਉਂ ਸਤਿਗੁਰਾਂ ਤੋਂ ਆਪਣੇ ਆਪ ਨੂੰ ਪੁੱਤਰੀ ਸ਼ਬਦ ਸੁਣ ਕੇ ਉਹ ਸ਼ਰਮਸਾਰ ਹੋ ਗਈਆਂ। ਗੁਰੂ ਜੀ ਨੇ ਕਿਹਾ ਕਿ ਤੁਸੀਂ ਕਿਸ ਵਾਸਤੇ ਆਈਆਂ ਹੋ? ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪਦਮਣੀ ਜਾਤੀ ਦੀਆਂ ਹਾਂ, ਸਾਨੂੰ ਰਾਜੇ ਸ਼ਿਵਨਾਬ ਨੇ ਤੁਹਾਨੂੰ ਮੋਹਿਤ ਕਰਨ ਲਈ ਭੇਜਿਆ ਹੈ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਬਖਸ਼ਦੇ ਹੋਏ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਦੱਸਦੇ ਹੋਏ ਪਹਿਲਾਂ ਮੰਗਲ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਆਸਾ ਰਾਗ ਦੇ 6ਵੇਂ ਸੁਰਤਾਲ ਵਿੱਚ ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ, ਮਨ ਮੋਤੀ ਜੇ ਗਹਿਣਾ ਹੋਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਪਦਮਨੀਓ, ਮਨ ਨੂੰ, ਹਿਰਦੇ ਨੂੰ ਮੋਤੀ ਵਾਂਗੂ ਵੈਰਾਗ ਦੇ ਸਹਿਤ ਉਜਲ ਕਰਕੇ ਜਿਹੜਾ ਗਹਿਣਾ, ਜਿਹੜਾ ਭੂਸ਼ਣ ਕੀਤਾ ਹੋਵੇ, ਪੌਣ ਹੋਵੇ ਸੂਤ ਧਾਰੀ। ਜੇਕਰ ਮਨ ਨੂੰ ਗੁਰਮਤਿ ਦੁਆਰਾ ਗਹਿਣਾ ਪਕੜਿਆ ਜਾਵੇ ਅਤੇ ਪੌਣ ਸਵਾਸ ਪਰਮੇਸ਼ਰ ਦਾ ਸਿਮਰਨ ਕਰ ਰੂਪ ਸੂਤ ਭਾਵ ਧਾਗਾ ਧਾਰਨ ਕੀਤਾ ਹੋਵੇ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ। ਕਹਿਣ ਲੱਗੇ, ਹੇ ਪਦਮਣੀਓ, ਹਿਰਦੇ ਨੂੰ ਮੋਤੀ ਚਮਤਕਾਰੀ ਰਤਨ ਵਾਂਗੂ ਵੈਰਾਗ ਦੇ ਸਹਿਤ ਉਜਲ ਕਰਕੇ ਜੇਕਰ ਗਹਿਣਾ ਹੋਵੇ,
ਜੇਕਰ ਮਨ ਨੂੰ ਗੁਰਮਤਿ ਦੁਆਰਾ ਗਹਿਣਾ ਪਕੜਿਆ ਜਾਵੇ ਅਤੇ ਪੌਣ ਸਵਾਸ ਸਵਾਸ ਪਰਮੇਸ਼ਰ ਦਾ ਸਿਮਰਨ ਕਰ ਰੂਪੀ ਧਾਗਾ ਧਾਰਨ ਕੀਤਾ ਹੋਵੇ, ਖਿਮਾ ਸ਼ਿਗਾਰ ਕਾਮਣ ਤਰ ਤਨ ਪਹਿਰੈ, ਰਾਵੈ ਲਾਲ ਪਿਆਰੀ। ਮਹਾਰਾਜ ਜੀ ਕਹਿਣ ਲੱਗੇ, ਜਗਿਆਸੂ ਰੂਪੀ ਕਾਮਣ ਇਸਤਰੀ, ਸੁੱਧ ਬੁੱਧ ਰੂਪੀ ਬ੍ਰਹਮਾਕਾਰ ਬਿਰਤੀ ਬਣਾਉਣ ਰੂਪੀ ਇਸਤਰੀ ਹੋ ਕੇ ਆਪਣੇ ਅੰਤਸਕਰਨ ਆਪਣੇ ਹਿਰਦੇ ਨੂੰ, ਤਨ ਹੁੰਦਾ ਸਰੀਰ ਉੱਪਰ, ਖਿਮਾ ਹੁੰਦਾ ਮਾਫ ਕਰ ਰੂਪੀ ਸ਼ਿਗਾਰ ਪਹਿਨਣਾ ਕਰੇ, ਰਾਵੈ ਲਾਲ ਪਿਆਰੀ, ਫਿਰ ਲਾਲ ਪਿਆਰੇ ਪਰਮੇਸ਼ਰ ਦੇ ਪਿਆਰ ਵਾਲੀ ਹੋ ਕੇ ਉਸ ਦੇ ਆਨੰਦ ਵਿੱਚ ਰਾਵੈ ਮਾਨਣਾ ਕਰੇ। ਖਿਮਾ ਸ਼ਿਗਾਰ ਕਾਮਣ ਤਨ ਪਹਿਰੈ, ਰਾਵੈ ਲਾਲ ਪਿਆਰੀ। ਜਗਿਆਸੂ ਰੂਪੀ ਕਾਮਣ ਇਸਤਰੀ, ਸੁੱਧ ਬੁੱਧ ਰੂਪੀ ਬ੍ਰਹਮਕਾਰ ਬਿਰਤੀ ਬਣਾਉਣ ਰੂਪ ਇਸਤਰੀ ਹੋ ਕੇ ਆਪਣੇ ਹਿਰਦੇ ਰੂਪੀ ਜਾਂ ਸਰੀਰ ਉੱਪਰ ਖਿਮਾ ਕਰਨ ਰੂਪੀ ਸ਼ਿਗਾਰ ਪਹਿਨਣਾ ਕਰੇ। ਰਾਵੈ ਲਾਲ ਪਿਆਰੀ, ਫਿਰ ਲਾਲ ਪਿਆਰੇ ਪਰਮੇਸ਼ਰ ਦੇ ਪਿਆਰ ਵਾਲੀ ਹੋ ਕੇ ਉਸ ਦੇ ਆਨੰਦ ਨੂੰ ਮਾਨਣਾ ਕਰੇ, ਆਨੰਦ ਨੂੰ ਰਾਵਣਾ ਕਰੇ। ਲਾਲ ਬਹੁ ਗੁਣ ਕਾਮਣ ਮੋਹੀ, ਹੇ ਲਾਲ ਪਿਆਰੇ ਪਰਮੇਸ਼ਰ, ਤੇਰੇ ਵਿੱਚ ਬਹੁਤ ਸਿਫਤਾਂ ਹੋਣ ਕਰਕੇ ਮੇਰੀ ਜਗਿਆਸੂ ਰੂਪੀ ਕਾਮਣੀ ਮੋਹੀ ਕਾਮਣੀ ਇਸਤਰੀ ਦੀ ਬਿਰਤੀ ਤੁਹਾਡੇ ਸਰੂਪ ਵਿੱਚ ਮੋਹਤ ਹੋ ਗਈ ਹੈ। ਤੇਰੇ ਗੁਣ ਹੋਏ ਨਾ ਅਵਰੀ, ਹੇ ਪਰਮੇਸ਼ਰ, ਤੁਹਾਡੇ ਵਰਗੇ ਗੁਣ ਕਿਸੇ ਹੋਰ ਵਿੱਚ ਹੈ ਹੀ ਨਹੀਂ ਹਨ। ਤੇਰੇ ਵਿੱਚ ਬਹੁਤ ਗੁਣ ਹਨ, ਸਿਫਤਾਂ ਹੋਣ ਕਰਕੇ ਮਹਾਰਾਜ ਮੇਰੀ ਜਗਿਆਸੂ ਰੂਪੀ ਕਾਮਣ ਇਸਤਰੀ ਦੀ ਬਿਰਤੀ ਤੁਹਾਡੇ ਸਰੂਪ ਵਿੱਚ ਮੋਹਤ ਹੋ ਗਈ ਹੈ। ਹਰ ਹਰ ਹਾਰ ਕੰਠਲੇ ਪਹਿਰੈ। ਮਹਾਰਾਜ ਜੀ ਕਹਿਣ ਲੱਗੇ, ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਉਚਾਰਨ ਰੂਪੀ ਹਾਰ ਗੁਰਾਂ ਪਾਸੋਂ ਲੈ ਕੇ ਹਿਰਦੇ ਰੂਪੀ ਕੰਠ, ਹਿਰਦੇ ਰੂਪੀ ਗਲੇ ਵਿੱਚ ਪਹਿਨਣਾ ਕਰੇ। ਹਰ ਹਰ ਹਾਰ ਕੰਠਲੇ ਪਹਿਰੈ, ਕਿ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਉਚਾਰਨ ਰੂਪੀ ਹਾਰ ਗੁਰਾਂ ਪਾਸੋਂ ਲੈ ਕਰਕੇ ਹਿਰਦੇ ਰੂਪੀ ਗਲ ਵਿੱਚ ਪਹਿਨਣਾ ਕਰੇ। ਦਾਮੋਦਰ ਦੰਤ ਲਈ, ਦਾਮੋਦਰ ਪਰਮੇਸ਼ਰ, ਕਿ ਪਰਮੇਸ਼ਰ ਦਾ ਨਾਮ ਹੀ ਦੰਤ, ਦੰਦਾਂ ਦਾ ਮੰਜਣ, ਦਵੈਤ ਰੂਪੀ ਦੰਦਾਂ ਦੀ ਮੈਲ ਨੂੰ ਸਾਫ਼ ਕਰਨ ਵਾਲਾ ਨਾਮ ਹੀ ਲੈਣਾ ਕਰੇ। ਕਰ ਕਰ ਕਰਤਾ ਕੰਗਨ ਪਹਿਰੈ, ਇਨ ਬਿਦ ਚਿੱਤ ਧਰੇਈ। ਜੋ ਕਰਤਾ ਕਰਤਾਰ ਕਰਤਾਰ ਉਚਾਰਨ ਕਰਨਾ ਹੈ। ਕਰ ਕਰ ਕਰਤਾ ਕੰਗਨ ਪਹਿਰੈ, ਜੋ ਕਰਤਾ ਕਰਤਾਰ ਕਰਤਾਰ ਉਚਾਰਨ ਕਰਨਾ ਹੈ। ਇਹ ਮਨ ਰੂਪੀ ਹੱਥ ਵਿੱਚ ਕੰਗਨ ਕੜਾ ਪਹਿਨਣਾ ਕਰੇ। ਇਨ ਬਿਦ ਚਿੱਤ ਧਰੇਈ, ਇਨ ਬਿਦ ਇਸ ਤਰੀਕੇ ਨਾਲ ਚਿੱਤ ਨੂੰ ਮਨ ਨੂੰ ਪਰਮੇਸ਼ਰ ਵਿੱਚ ਇਸਤਤ ਕਰਕੇ ਰੱਖਣਾ ਕਰੇ। ਕਰ ਕਰ ਕਰਤਾ ਕੰਗਨ ਪਹਿਰੈ, ਇਨ ਬਿਦ ਚਿੱਤ ਧਰੇਈ। ਜੋ ਕਰਤਾ ਕਰਤਾਰ ਕਰਤਾਰ ਉਚਾਰਨ ਕਰਨਾ ਹੈ। ਇਹ ਮਨ ਰੂਪੀ ਹੱਥ ਵਿੱਚ ਕੰਗਨ ਕੜਾ ਪਹਿਨਣਾ ਕਰੇ। ਇਸ ਤਰੀਕੇ ਨਾਲ ਚਿੱਤ ਨੂੰ ਮਨ ਨੂੰ ਪਰਮੇਸ਼ਰ ਵਿੱਚ ਇਸਤਤ ਕਰਕੇ ਟਿਕਾ ਕੇ ਰੱਖਣਾ ਕਰੇ। ਮਦਸੂਦਨ ਕਰ ਮੁੰਦਰੀ ਪਹਿਰੈ, ਪਰਮੇਸ਼ਰ ਪਟ ਲਈ। ਮਦਸੂਦਨ, ਮਧੂ ਦੈਂਤ ਨੂੰ ਸੂਦਨ ਕੱਟਣ ਵਾਲੇ ਪਰਮੇਸ਼ਰ ਦਾ ਨਾਮ ਹੀ ਉਚਾਰਨ ਰੂਪੀ ਹੱਥ ਦੀ ਉਂਗਲੀ ਵਿੱਚ ਮੁੰਦਰੀ ਪਹਿਨਣਾ ਕਰੇ। ਮਦਸੂਦਨ ਕਰ ਮੁੰਦਰੀ ਪਹਿਰੈ, ਕਿ ਮਦਸੂਦਨ ਮਾਦ ਮਧੂ ਦੈਂਤ ਨੂੰ ਸੂਦਨ ਕੱਟਣ ਵਾਲੇ ਪਰਮੇਸ਼ਰ ਦਾ ਹੀ ਨਾਮ ਉਚਾਰਨ ਰੂਪੀ ਹੱਥ ਦੀ ਉਂਗਲੀ ਵਿੱਚ ਮੁੰਦਰੀ ਛਾਪ ਪਹਿਨਣਾ ਕਰੇ। ਪਰਮੇਸ਼ਰ ਪਟ ਲਈ, ਪਰਮੇਸ਼ਰ ਵਾਹਿਗੁਰੂ ਉਚਾਰਨ ਰੂਪੀ ਰੇਸ਼ਮੀ ਵਸਤਰ ਲੈਣਾ ਕਰੇ। ਧੀਰਜ ਧੜੀ ਬੰਧਾਵੈ ਕਾਮਣ,
ਸਰੀ ਰੰਗ ਸੁਰਮਾ ਦੇਈ। ਧੀਰਜ ਚਿੱਤ ਦਾ ਟਿਕਾਓ ਕਰਨ ਰੂਪ, ਭਾਵ ਜਿੱਥੇ ਇਕਾਂਤ ਦੇਸ ਵਿੱਚ ਵਿਸ਼ੇ ਪ੍ਰਾਪਤ ਹੋਣ ਉਥੇ ਵੀ ਮਾਨ ਭੋਲਣ ਨਾ ਦੇਣਾ। ਵਾਹਿਗੁਰੂ ਡੋਲਣ ਨਾ ਦੇਣਾ। ਧੀਰਜ ਧੜੀ ਬੰਧਾਵੈ ਕਾਮਣ, ਸ੍ਰੀ ਰੰਗ ਸੁਰਮਾ ਦੇਈ। ਕਿ ਧੀਰਜ ਚਿੱਤ ਦਾ ਟਿਕਾਓ ਕਰਨ ਰੂਪ, ਭਾਵ ਜਿੱਥੇ ਇਕਾਂਤ ਦੇਸ ਵਿੱਚ ਵਿਸ਼ੇ ਪ੍ਰਾਪਤ ਹੋਣ ਉਥੇ ਵੀ ਮਨ ਨੂੰ ਡੋਲਣ ਨਾ ਦੇਣਾ। ਇਹ ਜਗਿਆਸੂ ਰੂਪੀ ਕਾਮਣ ਇਸਤਰੀ ਕੇਸਾਂ ਦੀ ਚੀਰਨੀ ਅੰਦਰ, ਕੇਸਾਂ ਦੀ ਚੀਰਨੀ ਅੰਦਰ ਸੰਧੂਰ ਦੀ ਰੇਖਾ ਬਣਾਉਣੀ ਕਰੇ ਅਤੇ ਸ੍ਰੀ ਰੰਗ ਸੁਰਮਾ ਦੇਈ ਅਤੇ ਸ੍ਰੀ ਸੋਭਾ ਦੇ ਮਾਲਕ ਆਨੰਦ ਸਰੂਪ ਪਰਮੇਸ਼ਰ ਦਾ ਨਾਮ ਹੀ ਮਨ ਬੁੱਧ ਰੂਪੀ ਨੇਤਰਾਂ ਵਿੱਚ ਸੁਰਮਾ ਦੇਣਾ ਕਰੇ, ਸੁਰਮਾ ਪਾਉਣਾ ਕਰੇ। ਮਨ ਮੰਦਰ ਜੇ ਦੀਪਕ ਜਾਲੇ, ਕਾਇਆ ਸੇਜ ਕਰੇਈ। ਜੇਕਰ ਮਨ ਨੂੰ, ਜੇਕਰ ਹਿਰਦੇ ਨੂੰ ਹੀ ਮੰਦਰ ਮਹਿਲ ਬਣਾਉਣਾ ਕਰੇ ਅਤੇ ਇਸ ਦੇ ਅੰਦਰ ਗੁਰੂ ਦਾ ਸ਼ਬਦ ਰੂਪੀ ਦੀਪਕ ਦੀਵਾ ਜਗਾਉਣਾ ਕਰੇ, ਕਾਇਆ ਸੇਜ ਕਰੇਈ। ਫਿਰ ਬੁੱਧੀ ਰੂਪੀ ਕਾਇਆ, ਬੁੱਧੀ ਰੂਪੀ ਦੇਹੀ ਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸੇਜਾ ਬਣਾਉਣੀ ਕਰੇ, ਤਾਂ ਗਿਆਨ ਰਾਉ ਜਬ ਸੇਜੈ ਆਵੈ, ਤਾਂ ਨਾਨਕ ਭੋਗ ਕਰੇਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਜਬ ਜਦੋਂ ਅਪਰੋਖ ਗਿਆਨ ਰੂਪੀ ਰਾਜਾ ਅੰਤਸਕਰਨ ਰੂਪੀ ਸੇਜਾ ਉੱਪਰ, ਹਿਰਦੇ ਰੂਪੀ ਸੇਜਾ ਉੱਪਰ ਆ ਕੇ ਸਖਿਆਤ ਹੋਵੇਗਾ, ਹਿਰਦੇ ਰੂਪੀ ਸੇਜਾ ਦੇ ਉੱਪਰ ਆ ਕੇ ਬਸੇਗਾ, ਤਾਂ ਨਾਨਕ ਭੋਗ ਕਰੇਹੀ। ਤਦੋਂ ਜਗਿਆਸੂ ਰੂਪੀ ਇਸਤਰੀ ਉਸ ਪਰਮੇਸ਼ਰ ਵਿੱਚ ਅਭੇਦ ਨਿਸ਼ਚੇ ਹੋਣ ਰੂਪੀ ਭੋਗ ਆਨੰਦ ਨੂੰ ਮਾਨਣਾ ਕਰਦੀ ਹੈ। ਗਿਆਨ ਰਾਉ ਜਬ ਸੇਜੈ ਆਵੈ, ਤਾਂ ਨਾਨਕ ਭੋਗ ਕਰੇਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ, ਜਦੋਂ ਅਪਰੋਖ ਗਿਆਨ ਰੂਪੀ ਰਾਜਾ ਹਿਰਦੇ ਰੂਪੀ ਸੇਜਾ ਉੱਪਰ ਆ ਕੇ ਸਖਿਆਤ ਹੋਵੇਗਾ, ਤਦੋਂ ਜਗਿਆਸੂ ਰੂਪੀ ਇਸਤਰੀ ਉਸ ਪਰਮੇਸ਼ਰ ਵਿੱਚ ਅਭੇਦ ਨਿਸ਼ਚੇ ਹੋਣ ਰੂਪੀ ਆਨੰਦ ਨੂੰ ਮਾਨਣਾ ਕਰਦੀ ਹੈ। ਇਉਂ ਸਤਿਗੁਰਾਂ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਪਦਬਣੀਆਂ ਨੂੰ ਉਪਦੇਸ਼ ਬਖਸ਼ਿਆ ਇਸ ਸ਼ਬਦ ਦੇ ਰਾਹੀਂ ਕਿ ਜੇਕਰ ਇਹੋ ਜਿਹੇ ਗੁਣਾਂ ਦੇ ਸਹਿਤ ਹੋਈਏ ਤਾਂ ਪਰਮੇਸ਼ਰ ਪਤੀ ਅੰਗੀਕਾਰ ਕਰਦਾ ਹੈ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਪੱਖ ਕਰਦਾ ਹੈ। ਇਹ ਉਪਦੇਸ਼ ਸੁਣ ਕੇ ਪਦਬਣੀਆਂ ਦੀ ਵਾਸਨਾ ਖਤਮ ਹੋ ਗਈ ਅਤੇ ਮਨ ਵਿੱਚ ਸ਼ਾਂਤੀ ਆ ਗਈ ਤੇ ਰਾਜੇ ਸਿਭਨਾਬ ਦੇ ਪਾਸ ਜਾ ਕੇ ਦੱਸਿਆ ਉਹਨਾਂ ਪਦਬਣੀਆਂ ਨੇ ਕਿ ਸਾਨੂੰ ਤਾਂ ਦੁਨੀਆ ਦੇ ਵਿਸ਼ੇ ਵਿਕਾਰਾਂ ਦੀ ਨਿਆਈ ਪ੍ਰਤੀਤ ਹੋਣ ਲੱਗ ਪਈ। ਵਾਹਿਗੁਰੂ ਕਿ ਉਹਨਾਂ ਪਦਬਣੀਆਂ ਦੀ ਵਾਸਨਾ ਜਦੋਂ ਖਤਮ ਹੋ ਗਈ ਤੇ ਮਨ ਵਿੱਚ ਸ਼ਾਂਤੀ ਆ ਗਈ ਤੇ ਰਾਜੇ ਸਿਭਨਾਬ ਦੇ ਪਾਸ ਜਾ ਕੇ ਦੱਸਿਆ ਕਿ ਰਾਜਾ ਸਾਹਿਬ, ਸਾਨੂੰ ਤਾਂ ਦੁਨੀਆ ਦੇ ਵਿਸ਼ੇ ਹਨ ਜਿਹੜੇ ਵਿਸ਼ਟਾ ਦੀ ਨਿਆਈ, ਗੰਦਗੀ ਦੀ ਨਿਆਈ ਪ੍ਰਤੀਤ ਹੋਣ ਲੱਗ ਪਏ ਹਨ। ਵਿਸ਼ੇ ਹਨ ਜਿਹੜੇ ਅਸੀਂ ਭੋਗਦੀਆਂ ਸੀ, ਉਹ ਸਾਨੂੰ ਵਿਸ਼ਟਾ ਦੀ ਨਿਆਈ, ਗੰਦਗੀ ਦੀ ਨਿਆਈ ਪ੍ਰਤੀਤ ਹੋਣ ਲੱਗ ਪਏ ਹਨ। ਸਾਡੇ ਅੰਦਰੋਂ ਗੁਰੂ ਜੀ ਨੇ ਕਾਮ ਦ੍ਰਿਸ਼ਟੀ ਨਿਵਰਤ ਕਰ ਦਿੱਤੀ ਹੈ, ਖਤਮ ਕਰ ਦਿੱਤੀ ਹੈ। ਇਹ ਸੁਣ ਕੇ ਰਾਜਾ ਸਤਿਗੁਰਾਂ ਦੇ ਚਰਨੀ ਪਿਆ ਤੇ ਰਾਜਾ ਸਿੱਖ ਬਣਿਆ। ਅਗਲੇ ਸ਼ਬਦ ਦੇ ਵਿੱਚ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਆਸਾ ਮਹੱਲਾ ਪਹਿਲਾ, ਕੀਤਾ ਹੋਵੈ ਕਰੇ ਕਰਾਇਆ, ਤਿਸ ਕਿਆ ਕਹੀਐ ਭਾਈ, ਜੋ ਕਿਸ ਕਰਨਾ ਸੋ ਕਰ ਰਹਿਆ, ਕੀਤੇ ਕਿਆ ਚਤਰਾਈ,
ਤੇਰਾ ਹੁਕਮ ਭਲਾ ਤੁਧ ਭਾਵੈ, ਨਾਨਕ ਤਾਂ ਕੋ ਮਿਲੈ ਵਡਾਈ। ਸਾਚੇ ਨਾਮ ਸਮਾਵੈ ਰਹਾਉ, ਕਿਰਤ ਪਿਆ ਪਰਵਾਣਾ ਲਿਖਿਆ। ਬਹੁੜ ਹੁਕਮ ਨਾ ਹੋਈ, ਜੈਸਾ ਲਿਖਿਆ ਤੈਸਾ ਪੜ੍ਹਿਆ। ਮੇਟ ਨਾ ਸਕੈ ਕੋਈ, ਜੇ ਕੋ ਦਰਗਹਿ ਬਹੁਤਾ ਬੋਲੈ। ਨਾਉ ਪਵੈ ਬਾਜਾਰੀ, ਸਤਰੰਜ ਬਾਜੀ ਪੱਕੈ ਨਾਹੀ। ਕੱਚੀ ਆਵੈ ਸਾਰੀ, ਨਾ ਕੋ ਪੜ੍ਹਿਆ ਪੰਡਤ ਬੀਨਾ। ਨਾ ਕੋ ਮੂਰਖ ਮੰਦਾ, ਬੰਦੀ ਅੰਦਰ ਸਿਫਤ ਕਰਾਏ। ਤਾਂ ਕੋ ਕਹੀਐ ਬੰਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਹਾਰਾਜ ਜੀ ਗੁਰਬਾਣੀ ਦੁਆਰਾ ਕਥਨ ਕਰਦੇ ਹਨ। ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਕੀਤਾ ਹੋਵੈ ਕਰੇ ਕਰਾਇਆ। ਕਹਿਣ ਲੱਗੇ, ਹੇ ਭਾਈ, ਇਹ ਸੰਸਾਰ ਜਾਂ ਜੀਵ ਪਰਮੇਸ਼ਰ ਦਾ ਹੀ ਪੈਦਾ ਕੀਤਾ ਹੋਇਆ ਹੈ। ਕੀਤਾ ਹੋਵੈ ਕਰੇ ਕਰਾਇਆ। ਹੇ ਭਾਈ, ਇਹ ਸੰਸਾਰ ਜਾਂ ਇਹ ਜੀਵ ਪਰਮੇਸ਼ਰ ਦਾ ਹੀ ਪੈਦਾ ਕੀਤਾ ਹੋਇਆ ਹੈ। ਉਸ ਵਾਹਿਗੁਰੂ ਦਾ ਹੀ ਕੀਤਾ ਹੋਇਆ ਸਭ ਕੁਝ ਹੁੰਦਾ ਹੈ। ਅਤੇ ਤਿਸ ਕਿਆ ਕਹੀਐ ਭਾਈ, ਕਿ ਉਸੇ ਦਾ ਹੀ ਕਰਾਇਆ ਹੋਇਆ ਜੀਵ ਸੰਚਿਤ ਪਰਾਲਬਧ ਕਰਮਾਂ ਅਨੁਸਾਰ ਕਰਦਾ ਹੈ। ਫਿਰ ਤਿਸ ਕਿਆ ਕਹੀਐ ਭਾਈ, ਫਿਰ ਉਸ ਸਮਰੱਥ ਪ੍ਰਭੂ ਦੇ ਤਾਈਂ ਕੀ ਕਹਿਣਾ ਕਰੀਏ। ਭਾਵ ਕੀ ਬੇਨਤੀ ਕਰਨੀ ਬਣਦੀ ਹੈ ਕਿ ਇਹ ਬੇਨਤੀ ਕਰੀਏ, ਜੋ ਕਿਸ ਕਰਨਾ ਸੋ ਕਰ ਰਹਿਆ। ਹੇ ਪਰਮੇਸ਼ਰ, ਜਿਹੜਾ ਕੁਝ ਤੂੰ ਪਿੱਛੇ ਕਰਨਾ ਸੀ, ਜੋ ਹੁਣ ਕਰਨਾ ਹੈ, ਉਹੀ ਕੁਝ ਕਰ ਰਿਹਾ ਹੈ। ਕੀਤੇ ਕਿਆ ਚਤਰਾਈ, ਫਿਰ ਪੈਦਾ ਕੀਤੇ ਹੋਏ ਜੀਵਾਂ ਦੀ ਭਲਾ ਕੀ ਚਤਰਾਈ, ਕੀ ਸਿਆਣਪ ਚੱਲ ਸਕਦੀ ਹੈ। ਜਿਹੜਾ ਕੁਝ ਪਰਮੇਸ਼ਰ ਨੇ ਪਿੱਛੇ ਕਰਨਾ ਸੀ, ਜੋ ਹੁਣ ਕਰਨਾ ਹੈ, ਉਹੀ ਕੁਝ ਕਰ ਰਿਹਾ ਹੈ। ਫਿਰ ਪੈਦਾ ਕੀਤੇ ਹੋਏ ਜੀਵਾਂ ਦੀ ਭਲਾ ਕੀ ਚਤਰਾਈ, ਕੀ ਸਿਆਣਪ ਚੱਲ ਸਕਦੀ ਹੈ। ਕਰੇ ਕਰਾਏ ਆਪੇ ਆਪ, ਮਾਨਸ ਕੇ ਕਿਸ ਨਾਹੀ ਹਾਥ। ਜੋ ਕੁਝ ਪਰਮੇਸ਼ਰ ਕਰਦਾ ਹੈ, ਉਸ ਦੇ ਹੀ ਹੱਥ ਹੈ। ਜੀਵ ਦੇ ਕੁਝ ਵੀ ਵਸ ਨਹੀਂ, ਕੋਈ ਸਿਆਣਪ ਨਹੀਂ ਚੱਲਦੀ ਜੀਵ ਦੀ। ਤੇਰਾ ਹੁਕਮ ਭਲਾ ਤੁਧ ਭਾਵੈ। ਹੇ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਾਨੂੰ ਤਾਂ ਤੁਹਾਡਾ ਹੁਕਮ ਆਦੇਸ਼ ਹੀ ਚੰਗਾ ਲੱਗਦਾ ਹੈ। ਭਲਾ ਚੰਗਾ ਲੱਗਣਾ, ਕਿ ਤੇਰਾ ਹੁਕਮ ਭਲਾ ਤੁਧ ਭਾਵੈ। ਹੇ ਮਹਾਰਾਜ, ਸਾਨੂੰ ਤਾਂ ਤੇਰਾ ਤੁਹਾਡਾ ਹੁਕਮ ਆਦੇਸ਼ ਹੀ ਭਲਾ ਚੰਗਾ ਲੱਗਦਾ ਹੈ। ਹੁਕਮ ਮੰਨਣ ਵਾਲਾ ਜੀਵ ਹੀ ਤੁਹਾਨੂੰ ਭਾਉਂਦਾ ਹੈ, ਤੁਹਾਨੂੰ ਚੰਗਾ ਲੱਗਦਾ ਹੈ। ਨਾਨਕ ਤਾਂ ਕੋ ਮਿਲੈ ਵਡਾਈ, ਸਾਚੇ ਨਾਮ ਸਮਾਵੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਉਹਨਾਂ ਨੂੰ ਹੀ ਆਪ ਜੀ ਦੇ ਦਰ ਤੇ ਵਡਿਆਈ ਮਿਲਦੀ ਹੈ। ਸਾਚੇ ਨਾਮ ਸਮਾਵੈ, ਜਿਹੜੇ ਆਪ ਜੀ ਦੇ ਸੱਚੇ ਨਾਮ ਦੇ ਵਿੱਚ ਸਮਾ ਜਾਂਦੇ ਹਨ ਤੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਹਨ, ਕਿ ਉਹਨਾਂ ਨੂੰ ਹੀ ਵਡਿਆਈ ਮਿਲਦੀ ਹੈ। ਮਹਾਰਾਜ, ਤੁਹਾਡੇ ਦਰ ਤੋਂ ਕਿਰਤ ਪਿਆ ਪਰਵਾਣਾ ਲਿਖਿਆ। ਬਹੁੜ ਹੁਕਮ ਨਾ ਹੋਈ, ਕਿਰਤ ਕਰਮਾਂ ਦੇ ਪਿਆ, ਕਿਰਤ ਕਰਮਾਂ ਦੇ ਪਏ ਅਨੁਸਾਰ, ਜੋ ਜੀਵ ਦੇ ਕਰਮ ਹਨ, ਉਹਨਾਂ ਅਨੁਸਾਰ ਹੀ ਜੀਵਾਂ ਦਾ ਪਰਵਾਣਾ, ਜੀਵਾਂ ਦਾ ਚਿੱਠਾ ਲਿਖਿਆ ਗਿਆ ਹੈ। ਭਾਵ ਪਰਾਲਬਧ ਰੂਪੀ ਕਾਰਨ ਬਣ ਗਿਆ ਹੈ। ਬਹੁੜ ਹੁਕਮ ਨਾ ਹੋਈ, ਬਹੁੜ ਫਿਰ ਦੁਬਾਰਾ ਹੁਕਮ ਆਗਿਆ ਕਰਨ ਦੀ ਲੋੜ ਨਹੀਂ ਹੁੰਦੀ। ਜਦੋਂ ਕਿਰਤ ਦੇ ਪਏ ਅਨੁਸਾਰ ਜਿਹੜਾ ਕੁਝ ਜੀਵ ਨੇ ਕੀਤਾ ਹੁੰਦਾ ਹੈ, ਉਸ ਦੇ ਅਨੁਸਾਰ ਜੀਵਾਂ ਦਾ ਪਰਵਾਣਾ ਲਿਖਿਆ ਜਾਂਦਾ ਹੈ, ਚਿੱਠਾ ਲਿਖਿਆ ਗਿਆ ਹੈ।
ਭਾਵ ਪਰਾਲਬਧ ਰੂਪੀ ਕਾਰਨ ਬਣ ਗਿਆ ਹੈ। ਬਹੁੜ ਹੁਕਮ ਨਾ ਹੋਈ, ਫਿਰ ਦੁਬਾਰਾ ਹੁਕਮ ਆਗਿਆ ਕਰਨ ਦੀ ਲੋੜ ਨਹੀਂ ਹੁੰਦੀ। ਇੱਕੋ ਵਾਰ ਹੀ ਲਿਖ ਦਿੱਤਾ ਜਾਂਦਾ ਹੈ ਪਰਮੇਸ਼ਰ ਵੱਲੋਂ ਕਿ ਜੀਵਾਂ ਨੇ ਇਤਨਾ ਸੁੱਖ ਭੋਗਣਾ ਹੈ, ਇਤਨਾ ਚਿਰ ਜਿਉਣਾ ਹੈ, ਇਤਨਾ ਪ੍ਰਤਾਪ ਵਧੇਗਾ। ਭਾਵ ਇੱਕੋ ਵਾਰੀ ਹੁਕਮ ਕਰ ਦਿੱਤਾ ਹੈ। ਇਸ ਦੇ ਮੱਥੇ ਤੇ ਲਿਖ ਦਿੱਤਾ ਹੈ ਜੀਵ ਦੇ, ਜੈਸਾ ਲਿਖਿਆ ਤੈਸਾ ਪੜ੍ਹਿਆ। ਮਹਾਰਾਜ ਜੀ ਕਹਿਣ ਲੱਗੇ ਜਿਹੋ ਜਿਹਾ ਪਰਮੇਸ਼ਰ ਨੇ ਲੇਖ ਲਿਖ ਦਿੱਤਾ ਹੈ ਤਿਹੋ ਜਿਹਾ ਹੀ ਜੀਵਾਂ ਦੇ ਮੱਥੇ ਉੱਪਰ ਪੜਿਆ। ਪੜਿਆ ਸਵਾ ਨਹੀਂ ਬਣਦਾ, ਪੜਿਆ ਪੈ ਗਿਆ। ਜੈਸਾ ਲਿਖਿਆ ਤੈਸਾ ਪੜਿਆ ਕਿ ਜਿਹੋ ਜਿਹਾ ਪਰਮੇਸ਼ਰ ਨੇ ਲੇਖ ਲਿਖ ਦਿੱਤਾ ਹੈ ਤਿਹੋ ਜਿਹਾ ਹੀ ਜੀਵਾਂ ਦੇ ਮੱਥੇ ਉੱਪਰ ਪੜਿਆ ਪੈ ਗਿਆ ਹੈ। ਮੇਟ ਨਾ ਸਕੈ ਕੋਈ, ਉਸ ਲੇਖ ਨੂੰ ਕੋਈ ਵੀ ਮਿਟਾ ਨਹੀਂ ਸਕਦਾ। ਜਿਹੜਾ ਪਰਮੇਸ਼ਰ ਨੇ ਜੀਵਾਂ ਦੇ ਮੱਥੇ ਉੱਪਰ ਲਿਖ ਦਿੱਤਾ ਹੈ ਕਿ ਉਸ ਲੇਖ ਨੂੰ ਕੋਈ ਵੀ ਮਿਟਾ ਨਹੀਂ ਸਕਦਾ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਕਿ ਜਿਹੜਾ ਪਰਮੇਸ਼ਰ ਜੀਵ ਦੇ ਮੱਥੇ ਤੇ ਲੇਖ ਲਿਖ ਦਿੰਦਾ ਹੈ ਉਹ ਕਰਤਾਰ ਅਕਾਲ ਪੁਰਖ ਦਾ ਲਿਖਿਆ ਹੋਇਆ ਮਿਟਦਾ ਨਹੀਂ। ਜੇ ਕੋ ਦਰ ਗਏ ਬਹੁਤਾ ਬੋਲੇ, ਨਾਉ ਪਵੈ ਬਾਜਾਰੀ। ਜੇਕਰ ਕੋਈ ਪਰਮੇਸ਼ਰ ਦੀ ਦਰਗਾਹ, ਪਰਮੇਸ਼ਰ ਦੀ ਸਭਾ, ਪਰਮੇਸ਼ਰ ਦੀ ਨਿਆਏ ਜਾਂ ਸਤਿਗੁਰਾਂ ਦੀ ਸਤ ਸੰਗਤ ਦੇ ਵਿੱਚ ਜ਼ਿਆਦਾ ਬੋਲਣਾ ਕਰੇ, ਨਾਉ ਪਵੈ ਬਾਜਾਰੀ, ਉਸ ਦਾ ਨਾਮ ਬਾਜਾਰੀ ਮਸਕਰਾ ਪੈ ਜਾਂਦਾ ਹੈ। ਇੰਦਰੀਆਂ ਦੇ ਬਾਜ਼ਾਰ ਵਿੱਚ ਵਿਸ਼ਿਆਂ ਵਿੱਚ ਫਸਿਆ ਹੋਇਆ ਜਾਣਿਆ ਜਾਂਦਾ ਹੈ। ਉਹ ਜਿਹੜਾ ਸਤ ਸੰਗਤ ਦੇ ਵਿੱਚ ਜ਼ਿਆਦਾ ਬੋਲਣਾ ਕਰੇ ਜਾਂ ਪਰਮੇਸ਼ਰ ਦੀ ਦਰਗਾਹ ਨਿਆਏ ਸਭਾ ਵਿੱਚ ਜ਼ਿਆਦਾ ਬੋਲਣਾ ਕਰੇ, ਨਾਉ ਪਵੈ ਬਾਜਾਰੀ, ਉਸ ਦਾ ਨਾਮ ਬਾਜਾਰੀ ਮਸਕਰਾ ਪੈ ਜਾਂਦਾ ਹੈ। ਭਾਵ ਇੰਦਰੀਆਂ ਦੇ ਬਾਜ਼ਾਰ 'ਚ ਵਿਸ਼ਿਆਂ ਵਿੱਚ ਫਸਿਆ ਹੋਇਆ ਉਹ ਜਾਣਿਆ ਜਾਂਦਾ ਹੈ। ਸਤਰੰਜ ਬਾਜੀ ਪੱਕੈ ਨਾਹੀ, ਕੱਚੀ ਆਵੈ ਸਾਰੀ। ਜਿਵੇਂ ਸਤਰੰਜ ਚੌਪੜ ਦੀ ਬਾਜੀ ਖੇਡ ਵਿੱਚ ਜਿਹੜੀ ਨਰਦ ਪੱਕਦੀ ਭਾਵ ਪੁੱਗਦੀ ਹੈ, ਪੁੱਗਦੀ ਨਹੀਂ। ਇਹ ਚੌਪੜ ਕਾਫੀ ਸਮਾਂ ਪਹਿਲਾਂ ਖੇਡਿਆ ਜਾਂਦਾ ਸੀ। ਇਸ ਖੇਡ ਦਾ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਦੇਖਿਆ ਹੈ ਕਿ ਸਤਰੰਜ ਬਾਜੀ ਪੱਕੈ ਨਾਹੀ, ਕੱਚੀ ਆਵੈ ਸਾਰੀ। ਜਿਵੇਂ ਸਤਰੰਜ ਚੌਪੜ ਹੁੰਦਾ, ਚੌਪੜ ਦੀ ਬਾਜੀ, ਚੌਪੜ ਦੀ ਖੇਡ ਵਿੱਚ ਜਿਹੜੀ ਨਰਦ ਪੱਕਦੀ ਭਾਵ ਪੁੱਗਦੀ ਨਹੀਂ ਹੈ ਉਹ ਸਾਰੀ ਨਰਦ ਕੱਚੀ ਹੀ ਆਉਂਦੀ ਜਾਂਦੀ ਹੈ। ਇਸੇ ਪ੍ਰਕਾਰ ਸੰਸਾਰ ਰੂਪੀ ਸਤਰੰਜ ਦੀ ਬਾਜੀ ਵਿੱਚ ਜਿਹੜੀ ਜੀਵ ਰੂਪੀ ਨਰਦ ਪਰਮੇਸ਼ਰ ਦੀ ਭਗਤੀ ਕਰਨ ਰੂਪੀ ਪੱਕਦੀ ਨਹੀਂ ਹੈ, ਉਹ ਜੀਵ ਰੂਪੀ ਨਰਦ ਕੱਚੀ ਰਹਿ ਕੇ ਜੂਨਾਂ ਰੂਪੀ ਖਾਨਿਆਂ ਵਿੱਚ ਆਉਂਦੀ ਜਾਂਦੀ ਰਹਿੰਦੀ ਹੈ। ਚੌਪੜ ਦੀ ਬਾਜੀ ਵਿੱਚ ਜਿਹੜੀ ਗੋਟੀ ਉਸ ਦੇ ਚੀਰੇ ਵਾਲੇ ਖਾਨੇ ਵਿੱਚ ਆ ਜਾਵੇ ਫਿਰ ਉਹ ਨਹੀਂ ਮਰਦੀ। ਇਸੇ ਪ੍ਰਕਾਰ ਜਿਹੜੀ ਜੀਵ ਰੂਪੀ ਗੋਟੀ ਸਤ ਸੰਗਤ ਰੂਪੀ ਚੀਰੇ ਵਿੱਚ ਆ ਜਾਂਦੀ ਹੈ ਫਿਰ ਉਹ ਜੂਨਾਂ ਵਿੱਚ ਜਾਣ ਰੂਪੀ ਨਹੀਂ ਮਰਦੀ। ਨਾ ਕੋ ਪੜ੍ਹਿਆ ਪੰਡਤ ਬੀਨਾ, ਨਾ ਕੋ ਮੂਰਖ ਮੰਦਾ। ਹੈ ਭਾਈ, ਇਸ ਕਰਕੇ ਸਤਿਗੁਰੂ ਜੀ ਦੀ ਰਜਾ ਵਿੱਚ ਰਹਿਣਾ ਕਰੋ। ਆਪਣੇ ਆਪ ਨਾ ਹੀ ਕੋਈ ਪੜ੍ਹਨ ਵਾਲਾ ਵਿਦਿਆਰਥੀ ਹੈ ਤੇ ਨਾ ਹੀ ਕੋਈ ਬੀਨਾ ਲੰਮੀ ਸੋਚ ਵਾਲਾ ਪੰਡਤ ਵਿਦਵਾਨ ਹੈ, ਅਤੇ ਨਾ ਕੋ ਮੂਰਖ ਮੰਦਾ, ਨਾ ਹੀ ਕੋਈ ਮੂਰਖ ਬੇਸਮਝ ਹੈ, ਨਾ ਹੀ ਕੋਈ ਮੰਦਾ ਬੁਰਾ ਹੈ। ਨਾ ਕੋ ਪੜ੍ਹਿਆ ਪੰਡਤ ਬੀਨਾ, ਨਾ ਕੋ ਮੂਰਖ ਮੰਦਾ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਇਸ ਕਰਕੇ ਵਾਹਿਗੁਰੂ ਦੀ ਰਜਾ ਵਿੱਚ ਰਹਿਣਾ ਕਰੋ, ਉਸ ਦੇ ਹੁਕਮ ਵਿੱਚ ਰਹਿਣਾ ਕਰੋ। ਆਪਣੇ ਆਪ ਨਾ ਹੀ ਕੋਈ ਪੜ੍ਹਨ ਵਾਲਾ ਵਿਦਿਆਰਥੀ ਹੈ,
ना ही कोई बिना लम्मी सोच वाला पंडित विद्वान है, ना को मूर्ख मंदा, ना ही कोई मूर्ख बेसमझ है, ना ही कोई मंदा बुरा है। बंदी अंदर सिफत कराए ताको कहिए बंदा, कि हे परमेश्वर जिन्ना ताईं तुसीं आप माया दी बंदी माया दी कैद विच रख के बंदगी नूं बंदी खाने दे अंदर बंदी खाने विच रख के अपनी सिफत अपनी उस्तत करवाउंदे हो, तां को कहिए बंदा, तां उन्हां ताईं ही बंदा सेवक कहा जाता है। बंदे सेजे पबहे बिच बंदी, वेखण को दीदार। महाराज जी ने बड़े ही विस्तार नाल समझाउणा कीता है। बंदी अंदर सिफत कराए तां को कहिए बंदा, कि हे परमेश्वर जिन्ना ताईं तुसीं आप माया दी बंदी माया दी कैद विच रख के बंदगी रूपी बंदी खाने दे अंदर रख के अपनी सिफत अपनी उस्तत कराउंदे हो, तां को कहिए बंदा, कि उन्हां ताईं ही बंदा सेवक कहा जाता है। महाराज जी ने बड़े ही विस्तार दे नाल उपदेश बख्शिश कीता है। अगले शब्द दे अंदर गुरु नानक देव महाराज जी कथन करते हैं, आसा महला पहला, गुर का शब्द मन है मैं मुंदरा, खिंथा खिमा हंडावो, जो किस करै भला कर मानो, सहज जोग निध पावो। बाबा जुगता जियो जुग है जुग जोगी, परम तंत मैं जोगं, अमृत नाम निरंजन पाया, ज्ञान काया रस भोगं रहाओ। इस शब्द की उथानका है गुरु नानक देव महाराज जी का शब्द उच्चारण किया है। जिस वेले श्री गुरु नानक देव महाराज जी तिरिया राज विच गए सन, उत्थे मीढा बने भाई मरदाने नूं छड़ाया ते उन्हां जादूगरनियां नूं उपदेश दे के निहाल कीता। उत्थे तिरिया राज दे किनारे ते भरथरी जोगी कुटिया पाई बैठा सी। उस वेले जोगा अभ्यास द्वारा इस दी लंबेरी उम्र सी, लंबी उम्र सी, जो भरथरी जोगी उस राज दे किनारे ते कुटिया पाई बैठा सी। उस वेले जोगा अभ्यास द्वारा भरथरी जोगी दी बहुत लंबी उम्र सी। इत्थे ही इसनों एक बारी ब्रह्मा दा पुत्र नारद मुनि मिलिया सी, कुटिया पाई सी जिथे लंबी उम्र सी, कि इत्थे एक बारी इस भरथरी जोगी नूं ब्रह्मा दा पुत्र नारद मुनि मिलिया सी। भरथरी ने नारद मुनि नूं योग साधना बारे पुछया, तां उसने कहा कि मैं तेरे सवालों के जवाब नहीं दे सकता। कलयुग का उद्धार करन वास्ते अंतरजामी सतगुरु गुरु नानक देव जी के स्वरूप धारण कर लिया है, ਉਹੀ तेरे प्रश्नां ਦੇ उत्तर तैनूं ਇੱਥੇ आण के देवेगा। भरथरी जोगी ਨੂੰ नारद मुनि ने कहा कि गुरु नानक देव महाराज ने कलयुग दे विच स्वरूप धारण कर लिया है, ਉਹ तेरे उत्तर का तेरे सवाल का उत्तर देण वास्ते ਇੱਥੇ तेरे कोल आउणगे। सो जदों गुरु नानक देव महाराज जी भरथरी दे कोल पहुँचे तां उसका चित्त सतगुणां दा स्वरूप देख के मोहिया गया। गुरु नानक देव महाराज जी दे दर्शन करके भरथरी जोगी मोहिया गया। कोल आण के पुछया कि महाराज आप जी कौन हो? गुरु नानक देव महाराज जी नूं भरथरी कहण लग्या। तां भाई वाले जी ने दस्या कि यह नानक निरंकारी हन। ये सुन के भरथरी ने कहा महाराज आप जी दे चरनां उपर मेरी नमस्कार होवे, मैं आप जी नूं ही उड़ीक रहा सी। महाराज गुरु नानक देव महाराज जी ने कहा कि तू सानू किवें जाणदा है? तां भरथरी ने कहा कि इत्थे एक बारी मैनू नारद मुनि जी मिले सन,
ਉਹਨਾਂ ਨੂੰ ਮੈਂ ਕੁਝ ਸਵਾਲ ਪੁੱਛੇ ਸਨ, ਤਾਂ ਉਹਨਾਂ ਨੇ ਕਿਹਾ ਕਿ ਤੇਰੇ ਸਵਾਲਾਂ ਦੇ ਜਵਾਬ ਤੈਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇਣਗੇ। ਸੋ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਜੋ ਮੇਰੀ ਕੁਟੀਆ ਵਿੱਚ ਪਹੁੰਚ ਕੇ ਮੈਨੂੰ ਕਿਰਤਾਰਥ ਕੀਤਾ ਹੈ। ਸਤਿਗੁਰਾਂ ਨੇ ਕਿਹਾ ਕਿ ਜੋ ਤੇਰਾ ਸਵਾਲ ਹੈ ਉਹ ਪੁੱਛ। ਤਾਂ ਭਰਤਰੀ ਨੇ ਕਿਹਾ ਕਿ ਯੋਗ ਸਾਧਨਾ ਕੀ ਹੈ, ਤੁਸੀਂ ਵੀ ਯੋਗ ਧਾਰਨ ਕਰੋ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਰਤਰੀ ਨੂੰ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਪਰਮੇਸ਼ਰ ਦੇ ਜੋਗੀ ਹਾਂ। ਭਰਤਰੀ ਨੇ ਕਿਹਾ ਕਿ ਮਹਾਰਾਜ, ਪਰੰਤੂ ਤੁਹਾਡੇ ਕੋਲ ਯੋਗ ਦਾ ਤਾਂ ਕੋਈ ਚਿੰਨ੍ਹ ਨਹੀਂ ਹੈ। ਤਾਂ ਯੋਗ ਦੇ ਅੰਤਰੀਵ ਭਾਵ ਵਿੱਚ ਗੁਰੂ ਜੀ ਨੇ ਇਹ ਸ਼ਬਦ, ਪਾਵਨ ਸ਼ਬਦ ਉਚਾਰਨ ਕਰਦੇ ਹਨ। ਕਹਿਣ ਲੱਗੇ ਗੁਰ ਕਾ ਸ਼ਬਦ ਮਨਹਿ ਮੈਂ ਮੰਦਰਾ। ਕਹਿਣ ਲੱਗੇ ਹੇ ਜੋਗੀ, ਮਨੈ ਮਨ ਰੂਪੀ ਕੰਨ ਵਿੱਚ ਵਿਚਾਰ ਰੂਪੀ ਛੁਰੀ ਨਾਲ ਸੰਕਲਪ ਵਿਕਲਪ ਨੂੰ ਮੇਟਣ ਰੂਪੀ ਚੀਰਾ ਦੇ ਕੇ ਸਤਿਗੁਰਾਂ ਦਾ ਉਪਦੇਸ਼ ਅੰਦਰ ਬਾਹਰ ਧਾਰਨ ਰੂਪੀ ਮੁੰਦਰਾਂ ਦਾ ਕੁੰਡਲ ਪਹਿਰਿਆ ਹੋਇਆ ਹੈ। ਅਤੇ ਖਿੰਥਾ ਖਿਮਾ ਹੰਢਾਵੋ ਅਤੇ ਖਿਮਾ ਦੁੱਖ ਸੁੱਖ ਸਹਾਰਨ ਵਾਲੀ ਚਿੱਤ ਦੀ ਬਿਰਤੀ ਕਰਨ ਰੂਪੀ ਖਿੰਥਾ ਗੋਦੜੀ ਹੰਢਾਉਣਾ ਭਾਵ ਪਹਿਨਣਾ ਕਰਦੇ ਹਾਂ। ਜੋ ਕਿਸ ਕਰੈ ਭਲਾ ਕਰ ਮਾਨੋ। ਕਹਿਣ ਲੱਗੇ ਹੇ ਜੋਗੀ ਜੀ, ਜਿਹੜਾ ਕੁਝ ਵੀ ਮੇਰਾ ਵਾਹਿਗੁਰੂ ਕਰਦਾ ਹੈ ਉਹੀ ਭਲਾ ਉਹੀ ਚੰਗਾ ਕਰਕੇ ਮੰਨਣਾ ਕਰੀਦਾ ਹੈ। ਸਹਿਜ ਜੋਗ ਨਿਧ ਭਾਵੋ। ਤਦ ਸਹਿਜ ਜੋਗ ਨਾਮ ਸਿਮਰਨ ਦੁਆਰਾ ਮਨ ਦੀ ਇਕਾਗਰਤਾ ਰੂਪੀ ਜੋਗ ਦਾ ਖਜ਼ਾਨਾ ਪ੍ਰਾਪਤ ਕਰ ਲਓਗੇ ਕਿ ਗਿਆਨ ਦੁਆਰਾ ਜੋਗ ਦੀ ਨਿਧੀ ਰੂਪ ਪਰਮੇਸ਼ਰ ਨੂੰ, ਭਗਤ ਜੋਗ ਰੂਪ ਖਜ਼ਾਨੇ ਨੂੰ ਸਹਿਜੇ ਹੀ ਪਾ ਲਵੋਗੇ। ਬਾਬਾ ਜੁਗਤਾ ਜੀਓ ਜੁਗ ਹੈ ਜੁਗ ਜੋਗੀ ਪਰਮ ਤੰਤ ਮੈਂ ਜੋਗੰ। ਕਹਿਣ ਲੱਗੇ ਹੇ ਬਾਬਾ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਬਜ਼ੁਰਗ ਭਰਤਰੀ ਜੀ, ਜਿਹੜਾ ਜੀਵ ਸਦਾ ਪਦਾਰਥਾਂ ਵਿੱਚ ਜੁੜਿਆ ਹੋਇਆ ਹੈ, ਜੁਗ ਹੈ ਜੁਗ ਜੋਗੀ, ਉਹ ਜੁਗਾਂ ਜੁਗਾਂ ਵਿੱਚ ਜੁੜੇ ਹੋਏ ਪਰਮੇਸ਼ਰ ਵਿੱਚ ਆਪਣਾ ਜੀਵ ਆਤਮਾ ਜੋੜਨਾ ਕਰੇ। ਤੇ ਪਰਮ ਤੰਤ ਮੈਂ ਜੋਗੰ, ਪਰਮ ਤੰਤ ਆਤਮ ਗਿਆਨ ਵਿੱਚ ਬਿਰਤੀ ਜੋੜਨਾ ਕਰੇ, ਇਹੋ ਵਾਸਤਵ ਵਿੱਚ ਜੋਗ ਹੈ। ਮਹਾਰਾਜ ਜੀ ਕਹਿਣ ਲੱਗੇ ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ। ਹੇ ਜੋਗੀ, ਜਿਨ੍ਹਾਂ ਨੇ ਨਿਰੰਜਨ ਸੁੱਧ ਸਰੂਪ ਪਰਮੇਸ਼ਰ ਦਾ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲਾ ਨਾਮ ਗੁਰਾਂ ਪਾਸੋਂ ਪਾਉਣਾ ਕੀਤਾ ਹੈ। ਗਿਆਨ ਕਾਇਆ ਰਸ ਭੋਗੰ, ਉਹ ਬੁੱਧੀ ਰੂਪੀ ਕਾਇਆ ਬੁੱਧੀ ਰੂਪੀ ਦੇਹੀ ਵਿੱਚ ਗਿਆਨ ਦੇ ਆਨੰਦ ਨੂੰ ਭੋਗਣਾ ਭਾਵ ਮਾਨਣਾ ਕਰਦੇ ਹਨ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਕਥਨ ਕਰਦੇ ਹਨ। ਸ਼ਿਵ ਨਗਰੀ ਮੈਂ ਆਸਣ ਬੈਸੋ, ਕਲਪ ਤਿਆਗੀ ਬਾਦੰ, ਸਿੰਘੀ ਸ਼ਬਦ ਸਦਾ ਧੁਨ ਸੋ ਹੈ, ਅਹਨਿਸ ਪੂਰੈ ਨਾਦੰ। ਮਹਾਰਾਜ ਜੀ ਕਹਿਣ ਲੱਗੇ ਸ਼ਿਵ ਨਾਗਰੀ ਮੈਂ ਆਸਣ ਬੈਸੋ। ਜਿਵੇਂ ਸ਼ਿਵ ਜੀ ਆਪਣੀ ਨਾਗਰੀ ਕੈਲਾਸਪੁਰੀ, ਕੈਲਾਸ ਪਰਬਤ 'ਤੇ ਬੈਠ ਕੇ ਸਮਾਧੀ ਲਾਉਂਦਾ ਹੈ ਅਤੇ ਜੋਗੀ ਕੈਲਾਸਪੁਰੀ ਦੀ ਨਿਆਈ 10ਵੇਂ ਦੁਆਰ ਵਿੱਚ ਜੋ ਮਿੰਜ ਦੀ ਬੋਟੀ ਹੈ ਉੱਥੇ ਪ੍ਰਾਣਿਆਂ ਦੁਆਰਾ ਆਸਣ ਲਾ ਕੇ ਬੈਠਣਾ ਕਰਦੇ ਹਨ। ਇਸੇ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਕਲਿਆਣ ਸਰੂਪ ਪਰਮੇਸ਼ਰ ਦੀ ਸਤ ਸੰਗਤ ਰੂਪੀ ਨਾਗਰੀ ਪੁਰੀ ਵਿੱਚ ਜਾਂ ਕਲਿਆਣ ਸਰੂਪ ਵਿੱਚ ਇਸਤਤ ਹੋ ਕੇ ਬੈਠਣਾ ਕਰਦੇ ਹਾਂ ਅਤੇ ਮਨ ਦੀ ਸਾਰੀ ਕਲਪਨਾ ਤੋਂ ਬਾਦੰ ਝਗੜੇ ਆਦਿ ਛੱਡ ਦਿੱਤੇ ਹਨ। ਫਿਰ ਭਰਤਰੀ ਕਹਿਣ ਲੱਗਿਆ ਹੇ ਮਹਾਰਾਜ, ਅਸੀਂ ਕਦੇ ਕਦੇ ਹਿਰਨ ਦੀ ਸਿੰਗੀ ਵਜਾਉਂਦੇ ਹਾਂ ਤੇ ਜਦੋਂ ਭੰਡਾਰਾ ਤਿਆਰ ਹੁੰਦਾ ਹੈ ਉਦੋਂ ਨਾਦ ਵਜਾਉਂਦੇ ਹਾਂ। ਤੁਹਾਡੇ ਨਾਦ ਅਤੇ ਸਿੰਜੀ ਕਿਹੜੀ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਸਿੰਜੀ ਸ਼ਬਦ ਸਦਾ ਧੁਨ ਸੋ ਹੈ,
ਅਹਨਸ ਪੂਰੈ ਨਾਦੰ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਹਮੇਸ਼ਾ ਹੀ ਗੁਰਾਂ ਦੇ ਸ਼ਬਦ ਉਪਦੇਸ਼ ਦੀ ਧੂਣੀ ਹਿਰਦੇ ਅੰਦਰ ਸੋਭਨੀਕ ਹੋਣੀ ਹੈ, ਭਾਵ ਅਜਪਾ ਜਾਪ ਚੱਲਣਾ ਹੈ, ਇਹੋ ਹੀ ਸਾਡੀ ਸਿੰਜੀ ਸਿੰਘ ਦਾ ਬਾਜਾ ਹੈ। ਅਤੇ ਅਹਨਸ ਪੂਰੈ ਨਾਦੰ, ਜਿਹੜਾ ਨਾਦੰ ਆਦਿ ਤੋਂ ਰਹਿਤ ਬ੍ਰਹਮ ਵਿੱਚ ਰਾਤ ਦਿਨ ਚਿੱਤ ਦੀ ਬਿਰਤੀ ਨੂੰ ਜੋੜ ਕੇ ਉਸ ਨੂੰ ਪੂਰਨ ਰੂਪ ਕਰਕੇ ਜਾਣਿਆ ਹੈ, ਇਹੋ ਹੀ ਸਾਡਾ ਨਾਦ ਵੱਜ ਰਿਹਾ ਹੈ। ਫਿਰ ਭਰਤਰੀ ਕਹਿਣ ਲੱਗਿਆ, ਹੈ ਮਹਾਰਾਜ ਸਾਡੇ ਕੋਲ ਇੱਕ ਠੂਠਾ ਇੱਕ ਡੰਡਾ ਹੁੰਦਾ ਹੈ ਅਤੇ ਸਰੀਰ ਉੱਪਰ ਵਿਭੂਤੀ ਮਲੀ ਹੁੰਦੀ ਹੈ, ਤੁਹਾਡੇ ਕੋਲ ਇਹ ਚਿੰਨ੍ਹ ਕਿਹੜੇ ਹਨ? ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਭੂਤੰ। ਮਹਾਰਾਜ ਜੀ ਕਹਿਣ ਲੱਗੇ, ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਭੂਤੰ। ਕਹਿਣ ਲੱਗੇ, ਹੇ ਜੋਗੀ ਬ੍ਰਹਮ ਦੀ ਵਿਚਾਰ ਰੂਪੀ ਸਾਡੇ ਕੋਲ ਪਤ ਪਾਤਰ ਹੈ, ਬੁੱਧੀ ਦੇ ਅੰਦਰ ਸਰੂਪ ਦਾ ਗਿਆਨ ਬੋਧ ਰੂਪੀ ਡੰਡਾ ਸੋਟਾ ਪਕੜਿਆ ਹੋਇਆ ਹੈ, ਭਾਵ ਜਿਵੇਂ ਡੰਡੇ ਨਾਲ ਪਸ਼ੂਆਂ ਅਤੇ ਕੁੱਤਿਆਂ ਆਦਿਕ ਤੋਂ ਰੱਖਿਆ ਕਰੀਂਦੀ ਹੈ, ਇਵੇਂ ਭੇਦਵਾਦੀ ਰੂਪੀ ਪਸ਼ੂਆਂ ਤੋਂ ਜੋ ਸ਼ੁਭ ਗੁਣਾ ਰੂਪੀ ਹਰਿਆਵਲਤਾ ਨੂੰ ਚਰ ਜਾਣ ਵਾਲੇ ਹਨ ਅਤੇ ਲੋਭ ਰੂਪੀ ਕੁੱਤਿਆਂ ਦੇ ਦੰਦ ਖੱਟੇ ਕਰਨ ਲਈ ਜੋ ਬੁੱਧੀ ਵਿੱਚ ਗਿਆਨ ਦੀਆਂ ਜੁਗਤੀਆਂ ਹਨ, ਇਹ ਡੰਡਾ ਪਕੜਿਆ ਹੋਇਆ ਹੈ। ਵਰਤਮਾਨ ਵਿਭੂਤੰ, ਕਿ ਵਰਤਮਾਨ ਹੁਣ ਦੇ ਸਮੇਂ ਵਿੱਚ ਪ੍ਰਸੰਨ ਰਹਿਣਾ, ਭਾਵ ਨਾ ਪਿੱਛੇ ਗੁਜ਼ਰ ਚੁੱਕੇ ਸਮੇਂ ਦੀ ਫਿਕਰ ਕਰਨੀ ਤੇ ਨਾ ਹੀ ਆਉਣ ਵਾਲੇ ਸਮੇਂ ਦੀ ਚਿੰਤਾ ਕਰਨੀ, ਕੇਵਲ ਹੁਣ ਦੇ ਸਮੇਂ ਵਿੱਚ ਮਸਤ ਹੋ ਕੇ ਵਾਹਿਗੁਰੂ ਵਿੱਚ ਜੁੜੇ ਰਹਿਣਾ, ਇਹੀ ਅਸਾਂ ਨੇ ਵਿਭੂਤੀ ਸਵਾਹ ਮੜੀ ਹੋਈ ਹੈ। ਫਿਰ ਭਰਤਰੀ ਕਹਿਣ ਲੱਗਿਆ, ਮਹਾਰਾਜ ਤੁਹਾਡੀ ਰਹੁ ਰੀਤੀ ਕਿਹੜੀ ਹੈ? ਮਹਾਰਾਜ ਜੀ ਕਹਿਣ ਲੱਗੇ, ਹਰ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਅਤੀਤੰ। ਮਹਾਰਾਜ ਜੀ ਕਹਿਣ ਲੱਗੇ ਕਿ ਪਰਮੇਸ਼ਰ ਦੀ ਕੀਰਤਨ ਭਗਤੀ ਹੀ ਸਾਡੀ ਰਹਿ ਰਾਸ ਰਹੁ ਰੀਤੀ ਹੈ। ਹਰ ਕੀਰਤ ਰਹਿ ਰਾਸ ਹਮਾਰੀ, ਕਿ ਹਰ ਹਰੀ ਪਰਮੇਸ਼ਰ ਦੀ ਕੀਰਤੀ ਭਗਤੀ ਹੀ ਸਾਡੀ ਰਹਿ ਰਾਸ ਰਹੁ ਰੀਤੀ ਹੈ। ਅਤੇ ਗੁਰਮੁਖ ਪੰਥ ਅਤੀਤੰ, ਅਤੇ ਜੋ ਗੁਰਮੁਖ ਪੰਥ ਅਤੀਤੰ, ਜੋ ਗੁਰਮੁਖਤਾਈ ਧਾਰਨ ਕਰਕੇ ਗੁਰਾਂ ਦੁਆਰਾ ਸਭ ਤੋਂ ਅਤੀਤ ਅਸੰਗ ਹੋਏ ਹਾਂ, ਵੱਖਰੇ ਹੋਏ ਹਾਂ, ਜੋ ਗੁਣਾਂ ਦੁਆਰਾ ਤਿੰਨਾਂ ਗੁਣਾ ਤ੍ਰੈ ਗੁਣੀ ਪ੍ਰਪੰਚ ਤੋਂ ਅਤੀਤ ਹੋਏ ਹਾਂ, ਇਹੋ ਸਾਡਾ ਪੰਥ, ਇਹੋ ਸਾਡਾ ਮਜ਼ਹਬ, ਇਹੋ ਸਾਡਾ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਹੈ। ਫਿਰ ਜੋਗੀ ਕਹਿਣ ਲੱਗਿਆ, ਹੈ ਮਹਾਰਾਜ ਜਿਵੇਂ ਸਾਡੀ ਆਈ ਪੰਥ ਦੀਆਂ ਸੰਗਿਆ ਹੈ, ਉਵੇਂ ਤੁਹਾਡੇ ਪੰਥ ਦੀ ਕੀ ਸੰਗਿਆ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਗਲੀ ਜੋਤ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ। ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ। ਗੁਰੂ ਨਾਨਕ ਦੇਵ ਮਹਾਰਾਜ ਜੀ ਭਰਤਰੀ ਜੋਗੀ ਨੂੰ ਕਹਿਣ ਲੱਗੇ, ਸਗਲੀ ਜੋਤ ਹਮਾਰੀ ਸੰਮਿਆ, ਜਿਹੜੇ ਨਾਨਾ, ਜਿਹੜੇ ਬਹੁਤ ਪ੍ਰਕਾਰ ਦੇ ਅਨੰਤ ਵਰਨ ਅਨੰਤ ਰੰਗਾਂ ਵਿੱਚ, ਜਾਂ ਖੱਤਰੀ ਬ੍ਰਾਹਮਣ ਸੂਦ ਵੈਸ ਆਦਿਕ ਸਾਰੀ ਸ੍ਰਿਸ਼ਟੀ ਵਿੱਚ ਜੋ ਪਰਮੇਸ਼ਰ ਦੀ ਜੋਤੀ ਆਈ ਹੋਈ ਹੈ, ਇਹੋ ਹੀ ਸਾਡੀ ਸੰਮਿਆ ਸੰਗਿਆ ਸੰਪਦਾ ਹੈ। ਬੈਰਾਗ ਇਸ ਪ੍ਰਕਾਰ ਦੀ ਟਿਕ ਟਿਕੀ ਜਿਸ ਉੱਪਰ ਬਾਹਾਂ ਰੱਖ ਕੇ ਸਾਧੂ ਬੈਠ ਕੇ ਭਜਨ ਬੰਦਗੀ ਕਰਦੇ ਹਨ, ਇਹੀ ਸਾਡੀ ਸੰਗਿਆ ਹੈ। ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਰਥਰੀ ਜੋਗੀ, ਤੂੰ ਸਾਡੇ ਉਪਦੇਸ਼ ਨੂੰ ਸੁਣਨਾ ਕਰ ਕਿ
ਅਦਵੈਤ ਸਰੂਪ ਪਾਰ ਬ੍ਰਹਮ ਪਰਮੇਸ਼ਰ ਵਿੱਚ ਆਪਣੀ ਲਿਵ ਬਿਰਤੀ ਨੂੰ ਇੱਕ ਰਸ ਲਾਉਣਾ ਕਰ, ਕਿਉਂਕਿ ਇੱਕ ਵਿੱਚ ਬਿਰਤੀ ਜੋੜਨ ਨਾਲ ਉਸ ਇੱਕ ਦਾ ਹੀ ਰੂਪ ਹੋ ਜਾਈਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਭਰਥਰੀ ਜੋਗੀ ਨੂੰ ਗੁਰਬਾਣੀ ਦੁਆਰਾ ਉਪਦੇਸ਼ ਦੇਣਾ ਕੀਤਾ ਹੈ। ਕਹੋ ਨਾਨਕ ਸੁਣ ਭਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਰਥਰੀ ਜੋਗੀ, ਤੂੰ ਸਾਡੇ ਉਪਦੇਸ਼ ਨੂੰ ਸੁਣਨਾ ਕਰ। ਅਦਵੈਤ ਸਰੂਪ ਪਰਮੇਸ਼ਰ ਵਿੱਚ ਆਪਣੀ ਬਿਰਤੀ ਨੂੰ ਇੱਕ ਰਸ ਲਾਉਣਾ ਕਰ, ਕਿਉਂਕਿ ਇੱਕ ਵਿੱਚ ਬਿਰਤੀ ਜੋੜਨ ਨਾਲ ਉਸ ਇੱਕ ਦਾ ਹੀ ਸਰੂਪ ਹੋ ਜਾਈਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੁਆਰਾ ਜੋਗੀ ਨੂੰ ਉਪਦੇਸ਼ ਦਿੱਤਾ ਹੈ ਤੇ ਸਾਰੇ ਹੀ ਸੰਸਾਰ ਨੂੰ ਉਪਦੇਸ਼ ਦੇਣਾ ਕੀਤਾ ਹੈ ਮਹਾਰਾਜ ਜੀ ਨੇ ਕਿ ਉਸ ਪਰਮੇਸ਼ਰ ਦੇ ਨਾਲ ਬਿਰਤੀ ਲਾਉਣਾ ਕਰੀਏ ਤਾਂ ਉਸੇ ਦਾ ਰੂਪ ਹੋ ਜਾਈਦਾ ਹੈ। ਲੋਕ ਸੁਖੀਏ ਪਰ ਲੋਕ ਸਹੇਲੇ ਹੋ ਜਾਂਦੇ ਹਨ ਜੇ ਪਰਮੇਸ਼ਰ ਦੇ ਨਾਲ ਇੱਕ ਮਿੱਕ ਹੋ ਜਾਈਏ, ਨਾਮ ਜਪੀਏ। ਨਾਮ ਜਪਣ ਦੀ ਹੀ ਮਹਿਮਾ ਦੱਸੀ ਹੈ ਮਹਾਰਾਜ ਜੀ ਨੇ। ਹੋਈਆਂ ਭੁੱਲਾਂ ਦੀ ਖਿਮਾ। ਆਓ ਸਮਾਂ ਹੋ ਚੁੱਕਿਆ ਹੈ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ